ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਅੱਜ ਅਸੀਂ ਰਾਜਨੀਤਿਕ ਚਰਚਾ ਜਿਹੜੀ ਹੈ ਉਹ ਕਰਾਂਗੇ ਤੇ ਮੇਰੇ ਨਾਲ ਹਾਜ਼ਰ ਨੇ ਇਸ ਗੱਲਬਾਤ ਦੇ ਵਿੱਚ ਸਰਦਾਰ ਗੁਰਨਾਮ ਸਿੰਘ ਜੀ। ਅਕੀਦਾ ਸਾਹਿਬ ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ। ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਜੀ, ਧੰਨਵਾਦ, ਸ਼ੁਕਰੀਆ ਚਾਵਲਾ ਸਾਹਿਬ ਨਾਲ ਜੁੜਨ ਲਈ, ਸ਼ੁਕਰੀਆ। ਅੱਜ ਗੁਲਦਸਤੇ ਦਿੱਤੇ ਗਏ ਇੱਕ ਦੂਜੇ ਨੂੰ। ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਮਿਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਨੂੰ, ਔਰ ਕੁਝ ਕਰਨ ਲਈ ਕਿਹਾ ਹੈ। ਕੀ ਕਿਹਾ? ਕੁਝ ਕਰਨ ਲਈ। ਹਾਂ ਬਿਲਕੁਲ ਚਾਵਲਾ ਸਾਹਿਬ, ਅਸਲ 'ਚ ਨਾ ਬੜੀ ਵੱਡੀ ਗੱਲ ਆਖੀ ਹੈ। ਪਹਿਲਾਂ ਵੀ ਇੱਕ ਚਰਚਾ ਹੁੰਦੀ ਰਹੀ ਹੈ। ਜਦੋਂ ਵਿਧਾਨ ਸਭਾ ਸੈਸ਼ਨ ਚੱਲਿਆ ਸੀ ਕੈਪਟਨ ਅਮਰਿੰਦਰ ਸਿੰਘ ਵੇਲੇ, ਉਦੋਂ ਸੁਖੀ ਰੰਧਾਵਾ ਵੱਲੋਂ ਬੜੀ ਵੱਡੀ ਗੱਲ ਆਖੀ ਸੀ ਕਿ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਜੋ ਲਾਈਵ ਪ੍ਰਸਾਰਣ ਚੱਲਦਾ ਉਹ ਇੱਕ ਚੈਨਲ ਦੀ ਮਾਲਕੀ ਬਣਾਈ ਹੋਈ ਆ। ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਉਹ ਕਬਜ਼ੇ ਵਿੱਚ ਕੀਤਾ ਹੋਇਆ ਇੱਕ ਚੈਨਲ ਦੇ, ਇੱਕ ਪਾਰਟੀ ਦੇ ਚੈਨਲ ਦੇ ਕਬਜ਼ੇ 'ਚ ਕੀਤਾ ਹੋਇਆ ਉਹ, ਤੇ ਉਹ ਚੈਨਲ ਜਦ ਕਿ ਕੀਰਤਨ ਸਭ ਦੇ ਲਈ ਹੋਣਾ ਚਾਹੀਦਾ। ਚੰਨੀ ਸਾਹਿਬ ਨੇ ਕਹੀ ਗੱਲ ਕਿ ਤੁਸੀਂ ਇਹ ਆਜ਼ਾਦ ਕਰੋ, ਕੀਰਤਨ ਨੂੰ ਆਜ਼ਾਦ ਕਰਾਓ, ਤੁਸੀਂ ਹੁਕਮ ਜਾਰੀ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਇਹ ਕੀਰਤਨ ਆਜ਼ਾਦ ਹੋਵੇ। ਤੇ ਕੋਈ ਬੰਦਾ ਵੀ ਇਸ ਯੁੱਗ ਦੇ ਵਿੱਚ, ਜਦੋਂ ਸੋਸ਼ਲ ਮੀਡੀਆ ਨਾ ਆ ਚੁੱਕਿਆ, ਯੁੱਗ ਦੇ ਵਿੱਚ ਜਦੋਂ ਇੰਨਾ ਕੁਛ ਅੱਗੇ ਮੀਡੀਆ ਚੱਲ ਰਿਹਾ, ਇੱਕ ਵੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇਸ ਕਰਕੇ ਇਹ ਚੈਨਲ ਤੁਸੀਂ ਜਿਹੜਾ ਇਹ ਪ੍ਰਸਾਰਣ ਹੈਗਾ ਵੱਖ-ਵੱਖ ਚੈਨਲਾਂ ਨੂੰ ਆਗਿਆ ਦਿਓ। ਕੋਈ ਵੀ ਚੈਨਲ ਇੱਥੇ ਪ੍ਰਸਾਰਣ ਸਿੱਧਾ ਕਰ ਸਕਦਾ। ਨੰਬਰ 1। ਨੰਬਰ 2, ਜੇ ਤੁਸੀਂ ਇਹ ਕਰਦੇ ਹੋ ਤਾਂ ਇਸ ਦਾ ਖਰਚਾ ਵੀ ਪੰਜਾਬ ਸਰਕਾਰ ਚੁੱਕਣ ਨੂੰ ਤਿਆਰ ਆ। ਤੁਸੀਂ ਆਪਣਾ ਚੈਨਲ ਬਣਾਓ, ਉਸ ਚੈਨਲ ਤੋਂ ਅਗਲਾ ਫੀਡ ਲਵੇ, ਕੋਈ ਵੀ ਚੈਨਲ ਫੀਡ ਚੱਕ ਕੇ ਆਪਣੇ ਚੈਨਲ ਤੋਂ ਤੇ ਉਹ ਫੀਡ ਅੱਗੇ ਦਿਖਾ ਸਕਦਾ, ਪ੍ਰਸਾਰਿਤ ਕਰ ਸਕਦਾ ਜਿਹੜਾ ਵੀ ਕਰੇ ਚੈਨਲ ਦਾ। ਇਸ ਨੂੰ ਕਿਸੇ ਦੇ ਕਬਜ਼ੇ ਵਿੱਚ ਨਾ ਰੱਖਿਆ ਜਾਵੇ। ਤੇ ਭਾਵੇਂ ਕਿ ਇਸ ਬਾਰੇ ਭਾਈ ਹਰਪ੍ਰੀਤ ਸਿੰਘ ਨੇ ਗੱਲ ਆਖੀ ਹੈ ਕਿ ਠੀਕ ਹੈ, ਇਸ ਬਾਰੇ ਕੁਛ ਕਰਦੇ ਹਾਂ ਗੱਲ ਆਪਾਂ, ਭਾਵੇਂ ਕਿ ਚਲੋ ਹਰਪ੍ਰੀਤ ਦੇ ਹੱਥ ਵਿੱਚ ਤਾਂ ਕੁਛ ਹੈ ਹੀ ਨਹੀਂ, ਉਹਦੇ ਹੱਥ ਵਿੱਚ ਕੀ ਹੈ, ਤੇ ਪਰ ਉਹ ਕਰ ਵੀ ਕੀ ਸਕਦਾ। ਪਰ ਚੰਨੀ ਜੀ ਦਾ ਇਹ ਗੱਲ ਕਹਿਣਾ ਇਹਨਾਂ ਸਮਿਆਂ ਦੇ ਵਿੱਚ, ਇਹ ਗੱਲ ਆਖਰੀ ਮੁੱਦਾ ਫਿਰ ਚੁੱਕਣਾ ਕਿ ਕਿਸੇ ਇੱਕ ਦੇ ਕਬਜ਼ੇ ਵਿੱਚ ਸਾਡਾ ਗੁਰੂ ਦਾ ਕੀਰਤਨ, ਇਹ ਵੱਡੀ ਗੱਲ ਆ ਚਾਵਲਾ ਸਾਹਿਬ। ਚਲੋ ਐਨੀਵੇ, ਇੱਥੇ ਰਹਿ ਜਾਣਾ ਸਾਰਾ ਕੁਝ। ਹਾਂਜੀ, ਉਹਦੀ ਜਿਹੜੀ ਆ ਨਾ ਉੱਪਰ ਵਾਲੇ ਦੀ ਜਿਹੜੀ ਲਾਠੀ ਦੇ ਵਿੱਚ ਆਵਾਜ਼ ਨਹੀਂ ਆ, ਉਹ ਸੁਲਤਾਨਾਂ ਨੂੰ ਘਾਹ ਵੀ ਖਵਾ ਦਿੰਦਾ। ਕੀ ਬਾਤ ਆ। ਬਾਣੀ 'ਚ ਲਿਖਿਆ ਨਾ, ਸੁਲਤਾਨਾਂ ਘਾਹ ਖਿਲਾਏ, ਲਿਖਿਆ ਨਾ। ਸੋ ਵੇਖੀ ਚੱਲੋ ਹੁੰਦਾ ਕੀ ਆ, ਇੱਥੇ ਸਭ ਕੁਝ ਇੱਥੇ ਹੀ ਆ, ਡੋਂਟ ਵਰੀ। ਭਾਜਪਾ ਦੇ ਪ੍ਰਬੰਧ ਹੇਠਲੀ ਪੂਰਬੀ ਦਿੱਲੀ ਨਗਰ ਨਿਗਮ ਨੇ ਮੰਦਰਾਂ ਨੂੰ ਨੋਟਿਸ ਭੇਜੇ ਨੇ ਟੈਕਸ ਦੇਣ ਦੇ। ਆਪ ਵਿਧਾਇਕ ਆਤਸ਼ੀ ਤੇ MCD ਦੇ ਵਿਰੋਧੀ ਧਿਰ ਦੇ ਨੇਤਾ ਮਨੋਜ ਤਿਆਗੀ ਨੇ ਦਾ ਵਿਰੋਧ ਕੀਤਾ ਹੈ। ਕੀ ਕਹਿਣਾ ਚਾਹੋਗੇ? ਭਾਜਪਾ ਇਸ ਸੰਬੰਧ ਵਿੱਚ ਜਿਹੜਾ ਉਹਨਾਂ ਨੇ ਨੋਟਿਸ ਭੇਜਦੇ ਆ ਕਿ ਤੁਸੀਂ ਪ੍ਰੋਪਰਟੀ ਟੈਕਸ ਦਿਓ ਤੇ ਇਹਦੇ ਜਿਹੜੇ ਹੁੰਦੇ ਆ ਜੋ ਟੈਕਸ ਸਾਰੇ ਹੁੰਦੇ ਆ ਉਹ ਤੁਸੀਂ ਭਰੋ। ਨੋਟਿਸ ਭੇਜੇ ਆ ਮੰਦਰਾਂ ਨੂੰ ਚਾਵਲਾ ਸਾਹਿਬ। ਜੇ ਤੁਸੀਂ ਇਹ ਨੋਟਿਸ ਤੇ ਗੌਰ ਨਹੀਂ ਕਰੋਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ। ਮੰਦਰ ਸੀਲ ਹੋ ਸਕਦੇ ਆ। ਸੀਲ ਸ਼ਬਦ ਵਰਤਿਆ ਭਾਜਪਾ ਨੇ। ਆਪਾਂ ਨੂੰ ਪਤਾ ਚਾਵਲਾ ਸਾਹਿਬ ਕਿ ਭਾਜਪਾ ਮੰਦਰਾਂ ਦੀ ਰਾਜਨੀਤੀ ਕਰਦੀ ਆ, ਮਸਜਿਦ ਨੂੰ ਢਾਉਣਾ ਚਾਹੁੰਦੀ ਆ, ਮੰਦਰ ਬਣਾਉਣਾ ਚਾਹੁੰਦੀ ਆ ਉੱਥੇ, ਤੇ ਭਾਜਪਾ ਦੀ ਨੀਤੀ ਹੈਗੀ ਆ। ਤੇ ਇਸ ਸੰਬੰਧ ਵਿੱਚ ਉਹਨਾਂ ਨੇ ਇਹ ਮੰਦਰਾਂ ਦੇ ਉੱਪਰ ਮੰਦਰਾਂ ਨੂੰ ਵੀ ਸੀਲ ਕਰਨ ਦੀ ਗੱਲ ਕੀਤੀ ਆ। ਇਹ ਸੰਬੰਧ ਵਿੱਚ ਜਿਹੜਾ ਵਿਧਾਇਕ ਹੈਗੀ ਆ ਆਮ ਆਦਮੀ ਪਾਰਟੀ ਜਿਹੜੀ ਆਤਿਸ਼ੀ, ਉਸਨੇ ਕਿਹਾ ਕਿ ਅਜਿਹਾ ਅਸੀਂ ਨਹੀਂ ਹੋਣ ਦਿਆਂਗੇ। ਭਾਜਪਾ ਦਾ ਅਸਲ ਏਜੰਡਾ ਜਿਹੜਾ ਹੈਗਾ ਕੋਈ ਹੋਰ ਹੈਗਾ, ਤੇ ਉਹ ਏਦਾਂ ਸਾਰੇ ਪਾਸੇ ਮੰਦਰਾਂ ਨੂੰ ਨਹੀਂ ਅਸੀਂ ਢਾਣ ਦਿਆਂਗੇ, ਮੰਦਰਾਂ ਨੂੰ ਖਤਮ ਨਹੀਂ ਕਰਨ ਦਿਆਂਗੇ, ਅਸੀਂ ਨਾਲ ਖੜੇ ਹਾਂ। ਤੇ ਬੇਸ਼ੱਕ ਜਿਹੜਾ ਵਿਰੋਧੀ ਧਿਰ ਨੇਤਾ MCD ਜਿਹੜਾ ਹੈਗੀ ਆ, ਤੇ ਉਸ ਦੇ ਮਨੋਜ ਤਿਆਗੀ ਨੇ ਕਿਹਾ ਕਿ ਇਹ ਤਾਂ ਹੁਣ ਹੱਦ ਹੋ ਗਈ ਆ, ਇਹ ਤਾਂ ਹੱਦ ਹੋ ਗਈ ਆ। ਕਹਿੰਦੇ ਵੀ ਹੁਣ ਤਾਂ ਮੰਦਰਾਂ ਨੂੰ ਵੀ ਹੱਥ ਪਾਉਣ ਲੱਗ ਪਈ ਆ ਭਾਜਪਾ ਜਿਹੜੀ ਹੈਗੀ ਆ। ਕਾਫੀ ਵਿਰੋਧ ਹੋ ਰਿਹਾ ਚਾਵਲਾ ਸਾਹਿਬ। ਭਾਜਪਾ ਰਾਮ ਮੰਦਿਰ ਦੀ ਰਾਜਨੀਤੀ ਕਰਦੀ ਆ, ਭਾਜਪਾ ਮੰਦਰਾਂ ਦੇ ਉੱਪਰ ਜਾਂਦੀ ਆ, ਹਿੰਦੂ ਮੁਸਲਮਾਨ ਦੀ ਗੱਲ ਕਰਦੀ ਆ, ਤੇ ਮੰਦਰਾਂ ਨੂੰ ਰੋਕਣ ਦੀ ਗੱਲ ਕਰ ਰਹੀ ਆ। ਦੱਸੇ ਚਾਵਲਾ ਸਾਹਿਬ ਕਿ ਪਿਛਲੇ ਸਮੇਂ ਦੌਰਾਨ ਭਾਜਪਾ ਨੇ ਬੜੇ ਵੱਡੇ ਮੰਦਰਾਂ ਦੀਆਂ ਜਿਹੜੀਆਂ ਕਮੇਟੀਆਂ ਸੀਗੀਆਂ, ਸਥਾਨਕ ਕਮੇਟੀਆਂ ਸੀਗੀਆਂ, ਉਹਨਾਂ ਨੂੰ ਬਦਲ ਕੇ ਉੱਥੇ ਸਰਕਾਰੀ ਟਵਿੱਟਰ, ਸਰਕਾਰੀ ਬੰਦੇ ਲਾ ਦਿੱਤੇ ਗਏ ਆ। ਉਹਦਾ ਕਬਜ਼ਾ DC ਦੇ ਹਵਾਲੇ ਕਰਤਾ ਗਿਆ ਬਹੁਤ ਸਾਰੇ ਮੰਦਰਾਂ ਦੇ ਵਿੱਚ। ਉਸ ਦਾ UP ਦੇ ਮਹੰਤਾਂ ਵੱਲੋਂ ਬੜੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ। ਮਹੰਤਾਂ ਨੇ ਮੋਦੀ ਦੀ ਵਿਰੋਧਤਾ ਵੀ ਕੀਤੀ ਸੀ, ਪ੍ਰੋਟੈਸਟ ਵੀ ਕੀਤਾ ਸੀਗਾ ਕਿ ਸਾਡੇ ਹਵਾਲੇ ਕਰੋ, ਇਹ ਤੁਸੀਂ ਕੀ ਕਰਨ ਲੱਗੇ ਹੋਏ ਹੋ, ਮੰਦਰਾਂ ਨੂੰ ਕਿਉਂ। ਇਹ ਵੀ ਗੱਲ ਜ਼ਿਕਰਯੋਗ ਹੈ ਕਿ ਜੋ ਖਬਰਾਂ ਆਈਆਂ ਨੇ ਸੂਤਰਾਂ ਦੇ ਹਵਾਲੇ ਨਾਲ, ਕਿ
ਜਿਹੜਾ ਬਹੁਤ ਵੱਡੇ ਵੱਡੇ ਮੱਠ ਹੈਗੇ ਆ ਭਾਰਤ ਵਿੱਚ, ਉਹਨਾਂ ਮੱਠਾਂ ਦੇ ਕੋਲੇ ਮਰ ਕੇ ਬਹੁਤ ਸੋਨਾ ਪਿਆ, ਬੜਾ 100 ਕੁਆਂਟਲ ਸੋਨਾ ਪਿਆ ਉੱਥੇ, 100 ਕੁਆਂਟਲ ਸੋਨਾ ਚਾਵਲਾ ਸਭ ਕਈ ਥਾਵਾਂ ਤੇ। ਤਾਂ ਵੀ ਉਹ ਭਾਜਪਾ ਸਰਕਾਰ ਚਾਹੁੰਦੀ ਆ ਕਿ ਉਹ ਜਿਹੜਾ ਮੰਦਿਰਾਂ ਵਿੱਚ ਸੋਨਾ ਹੈਗਾ ਉਸ ਨੂੰ ਵੀ ਕਿਸੇ ਤਰੀਕੇ ਨਾਲ ਸਰਕਾਰੀ ਸੰਪਤੀ ਬਣਾਤਾ ਜਾਵੇ। ਇਹਦਾ ਵੀ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ। ਮੰਦਿਰਾਂ ਦੀ ਰਾਜਨੀਤੀ ਦੇ ਵਿੱਚ ਭਾਜਪਾ ਏਦਾਂ ਦਾ ਕੰਮ ਕਰ ਰਹੀ ਹੈ। ਉਹ ਅਸਲ 'ਚ ਆਪਣੇ ਆਪ ਨੂੰ ਹਿੰਦੂ ਧਰਮ ਦੇ ਮੰਦਿਰਾਂ ਦੀ ਰੱਖਿਅਕ ਸਮਝਦੀ ਆ ਤੇ ਮੰਦਿਰਾਂ ਤੇ ਕੁਝ ਵੀ ਕਰ ਸਕਦੀ ਆ, ਉਹਨੂੰ ਇਹ ਅਧਿਕਾਰ ਆ, ਇਹ ਸਮਝਦੀ ਆ ਚਾਵਲਾ ਸਾਹਿਬ। CJMR 320 ਬੈਂਡ ਰੇਡੀਓ ਪ੍ਰੋਗਰਾਮ ਰਗਲਾ ਪੰਜਾਬ ਤੁਸੀਂ ਇਸ ਵਕਤ ਸੁਣਦੇ ਅਤੇ ਦੇਖਦੇ ਜਾ ਰਹੇ ਹੋ। ਸਮਝ ਨਹੀਂ ਲੱਗ ਰਹੀ ਕਿ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ। ਸੋਨੀਆ ਗਾਂਧੀ ਨੇ ਕਿਸਾਨਾਂ ਦੇ ਮੁੱਦੇ ਤੇ ਸਰਹੱਦੀ ਖੇਤਰ ਦੀਆਂ ਮੁਸ਼ਕਲਾਂ ਤੇ ਇੱਕ ਵਾਰੀ ਫਿਰ ਤੋਂ ਨਰਿੰਦਰ ਮੋਦੀ ਦੀ ਸਰਕਾਰ ਨੂੰ ਘੇਰਿਆ। ਕੀ ਕਹਿਣਾ ਚਾਹੋਗੇ? ਕਾਂਗਰਸ ਦੀ ਮੀਟਿੰਗ ਕੱਲ ਚਾਵਲਾ ਸਾਹਿਬ ਹੋਈ ਹੈ। ਮੀਟਿੰਗ ਕਾਂਗਰਸ ਦੇ MP ਸੀਗੇ ਤੇ ਕਾਫੀ ਬੰਦੇ ਸੀਗੇ। ਉਸ ਸੰਬੰਧ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਕਿਸਾਨਾਂ, ਜਿਹੜੀ ਕੇਂਦਰ ਦੀ ਸਰਕਾਰ ਹੈਗੀ ਆ, ਕਿਸਾਨਾਂ ਨੂੰ ਪੂਰੇ ਹੱਕ ਹਕੂਕ ਦੇਣ ਤੋਂ ਟਾਲਾ ਕਿਉਂ ਵੱਟ ਰਹੀ ਆ? 700 ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਭੱਜ ਕਿਉਂ ਰਹੀ ਆ? ਤੇ ਜਿਹੜਾ ਸਰਹੱਦੀ ਖੇਤਰ ਵਿੱਚ ਇੰਨੀਆਂ ਮੌਤਾਂ ਹੋ ਰਹੀਆਂ ਨੇ ਤੇ ਸਾਡੇ ਵੱਲ ਚੀਨ ਵੱਧ ਰਿਹਾ ਹੈ, ਉਹ ਚੀਨ ਦੀ ਗੱਲ ਕਿਉਂ ਨਹੀਂ ਕਰ ਪਾ ਰਹੀ? ਸਰਹੱਦੀ ਖੇਤਰ ਦੇ ਜਿਹੜੀਆਂ ਮੁਸ਼ਕਲਾਂ ਨੇ ਦੇਸ਼ ਦੀਆਂ, ਉਸ ਨੂੰ ਹਟਾਉਣ ਵਿੱਚ ਭਾਜਪਾ ਦੀ ਸਰਕਾਰ, ਕੇਂਦਰ ਦੀ ਸਰਕਾਰ ਕਾਮਯਾਬ ਕਿਉਂ ਨਹੀਂ ਹੋ ਪਾ ਰਹੀ? ਕਿਉਂ ਪਰਦੇ 'ਚ ਰੱਖ ਰਹੀ ਹੈ? ਕਿਉਂ ਇੱਕ ਹਿੱਸਾ ਜਿਹੜਾ ਹੈਗਾ ਉਸ ਨੂੰ ਕਿਉਂ ਪਰਦੇ ਵਿੱਚ ਰੱਖਿਆ ਜਾ ਰਿਹਾ ਹੈ? ਭਾਜਪਾ ਸਰਕਾਰ ਨੂੰ ਚਾਹੀਦਾ ਕਿ ਦੇਸ਼ ਦੇ ਸਾਹਮਣੇ ਸਨਮੁਖ ਰੱਖੇ ਗੱਲ। ਇਹ ਕਿਉਂ ਨਹੀਂ ਇਸ ਤਰ੍ਹਾਂ ਦੀ ਗੱਲ ਕਰ ਰਹੀ? ਉਹਨੇ ਕਿਸਾਨਾਂ ਦੇ ਹੱਕ ਵਿੱਚ ਤੇ ਸਰਹੱਦੀ ਖੇਤਰ ਦੀਆਂ ਮੁਸ਼ਕਲਾਂ ਨੂੰ ਕਾਫੀ ਉਜਾਗਰ ਕੀਤਾ ਚਾਵਲਾ ਸਾਹਿਬ। ਅਗਲੀ ਖਬਰ ਜੇ ਸਾਂਝੀ ਕਰਾਂ ਤਾਂ ਪੰਜਾਬ ਬਾਜ਼ਾਰ ਦੀ ਮੀਟਿੰਗ ਵਿੱਚ ਵਿਚਾਰੇ ਜਾ ਰਹੇ ਨੇ ਕਈ ਸਾਰੇ ਮੁੱਦੇ। ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ, ਇੱਕ ਤਾਂ ਜਿਹੜੇ ਨਾ ਇਹਨਾਂ ਨੇ ਜੋ ਕਿਸਾਨਾਂ ਦਾ ਦੇਣੇ ਸੀਗੇ ਪੈਸੇ ਪੂਸੇ, ਨੌਕਰੀਆਂ ਦੇਣ ਦੀ ਗੱਲ ਸੀਗੀ, ਉਹ ਵੇਖਿਆ ਮੋਹਰ ਲੱਗੀ ਨਹੀਂ ਸੀਗੀ ਅਜੇ, ਤੇ ਉਹ ਇੱਕ ਤਾਂ ਉਹ ਮੋਹਰ ਲੱਗਣ ਦੀ ਗੱਲ ਕੈਬਨਿਟ 'ਚ ਹੋ ਜਾਏਗੀ ਇਸ ਵਾਰੀ। ਦੂਜੀ ਗੱਲ ਹੈਗੀ ਆ ਕਿ ਕੁਝ ਮੁਲਾਜ਼ਮਾਂ ਦੇ ਨਾ ਜਿਹੜੇ ਕੱਚੇ ਮੁਲਾਜ਼ਮ ਹੈਗੇ ਆ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਵੀ ਚੱਲ ਰਹੀ ਹੈ। ਸ਼ਾਇਦ ਉਹ ਵੀ ਅੱਜ ਮੋਹਰ ਲੱਗਣ ਦੀ ਸੰਭਾਵਨਾ ਹੈਗੀ ਆ। ਦੱਸ ਦਈਏ ਕਿ PRTC, ਪਨ ਬੱਸ, ਪੰਜਾਬ ਰੋਡਵੇਜ਼ ਦੇ ਕਰਮਚਾਰੀ, ਕੱਚੇ ਕਰਮਚਾਰੀ ਹੈਗੇ ਆ, ਪਰਸੋਂ ਤੋਂ ਚੱਕਾ ਜਾਮ ਕਰੀ ਬੈਠੇ ਆ ਬੱਸਾਂ ਦਾ। ਉਹ ਬੱਸਾਂ ਚੱਲਣ ਨਹੀਂ ਦੇ ਰਹੇ ਤੇ ਜੇਕਰ ਅੱਜ ਮੀਟਿੰਗ ਵਿੱਚ ਕੋਈ ਐਲਾਨ ਨਹੀਂ ਹੁੰਦਾ ਤਾਂ 10 ਤਰੀਕ ਨੂੰ ਮੁੱਖ ਮੰਤਰੀ ਦੀ ਰਿਆਸਤ ਤੇ ਘਰਾਓ ਵੀ ਕਰਨਗੇ। ਇਹ ਵੀ ਗੱਲ ਦੱਸੀ ਜਾ ਰਹੀ ਹੈ। ਅਗਲੀ ਗੱਲ ਚਾਵਲਾ ਸਾਹਿਬ ਹੈਗੀ ਆ ਕਿ ਕੁਝ ਚਿਹਰਾ ਸਥਾਪਿਤ ਕਰਨ ਦੀ ਗੱਲ ਕੀਤੀ ਜਾ ਰਹੀ ਆ, ਉਹਨਾਂ ਤੇ ਵੀ ਕੋਈ ਪੈਸੇ ਦੇਣ ਦੀ ਗੱਲ ਹੈ, ਸ਼ਾਇਦ ਮੋਹਰ ਲੱਗ ਜਾਵੇ। ਪੰਜਾਬੀ ਯੂਨੀਵਰਸਿਟੀ ਨੂੰ ਪੈਸੇ ਦੇਣੇ ਨੇ, ਉਹ ਗ੍ਰਾਂਟ ਵਧਾਉਣੀ ਹੈਗੀ ਆ, ਉਸ ਤੇ ਵੀ ਸ਼ਾਇਦ ਮੋਹਰ ਲੱਗ ਜਾਵੇ। ਅੱਜ ਹੋਰ ਕਈ ਸਾਰੇ ਮੁੱਦੇ ਨੇ ਚਾਵਲਾ ਸਾਹਿਬ, ਜਿਨ੍ਹਾਂ ਦੇ ਵਿੱਚ ਅੱਜ ਜਿਹੜੀ ਪੰਜਾਬ ਦੀ ਵਜ਼ਾਰਤ ਹੈਗੀ ਆ ਉਹ ਫੈਸਲਾ ਕਰੇਗੀ। ਮੁੱਦੇ ਹੱਲ ਵੀ ਹੋ ਸਕਦੇ ਆ, ਨਹੀਂ ਵੀ ਹੋ ਸਕਦੇ। ਪਿਛਲੇ ਜੇ ਸਮੇਂ ਦੌਰਾਨ ਇੱਕ ਮਨਪ੍ਰੀਤ ਬਾਦਲ ਜੀ ਦਾ ਹਲਕਾ ਜਿਹਾ ਬਿਆਨ ਆਇਆ ਸੀ, ਕਹਿੰਦੇ ਖਜ਼ਾਨਾ ਖਾਲੀ ਆ, ਤੇ ਪਰ ਚੰਨੀ ਸਾਹਿਬ ਕਾਫੀ ਐਲਾਨ ਕਰੀ ਜਾਂਦੇ ਆ ਚਾਵਲਾ ਸਾਹਿਬ, ਤੇ ਚੰਨੀ ਸਾਹਿਬ ਨੇ ਤਾਂ ਕਮਾਲ ਹੀ ਕੀਤੀ ਪਈ ਆ। ਕੱਲ ਉਹ ਗਏ ਆ ਕਿਵੇਂ ਠੰਡੇ ਛਿੱਕੇ ਮਾਰਨੇ ਨਵਜੋਤ ਸਿੱਧੂ ਦੇ ਉੱਪਰ ਅੰਮ੍ਰਿਤਸਰ ਦੇ ਵਿੱਚ। ਲੋਕਾਂ ਨੇ ਪੁੱਛਿਆ ਹੈਗਾ ਕਿ ਤੁਸੀਂ ਜੀ ਆਹ ਕੰਮ ਕਰਨਾ, ਕਹਿੰਦਾ ਮੈਨੂੰ ਤੁਸੀਂ ਛੱਡੋ ਗੱਲ ਜੀ, ਮੈਂ ਕਿਹੜਾ ਕਾਹਦਾ ਮੁੱਖ ਮੰਤਰੀ ਆ? ਮੁੱਖ ਮੰਤਰੀ ਸਾਡੇ ਨਵਜੋਤ ਸਿੱਧੂ ਨੇ, ਜੋ ਮਰਜ਼ੀ ਕਰਾ ਕੇ ਭੇਜ ਦੋ। ਮੁੱਖ ਮੰਤਰੀ ਸਾਹਿਬ ਨੇ ਉਹ ਜੋ ਮਰਜ਼ੀ, ਕਹਿੰਦੇ ਵੀ ਪਤਾ ਨਹੀਂ ਕੀ ਹਾਈ ਕਮਾਂਡ ਨੇ ਉਹਨਾਂ ਨੂੰ ਕੀ ਪਾ ਕੇ ਭੇਜਿਆ ਮੂੰਹ ਦੇ ਵਿੱਚ। ਕਹਿੰਦੇ ਨਵਜੋਤ ਸਿੱਧੂ ਤਾਰੀਫ ਕਰ ਰਿਹਾ ਚੰਨੀ ਦੀ, ਚੰਨੀ ਤਾਰੀਫ ਕਰ ਰਿਹਾ ਨਵਜੋਤ ਸਿੱਧੂ ਦੀ, ਦੋਵੇਂ ਆਪ ਵਿੱਚ ਤਰੀਫੋ ਤਰੀਫੀ ਹੋਏ ਪਏ ਚਾਵਲਾ ਸਾਹਿਬ ਜੀ। ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅੱਛਾ, ਪਿੱਛੇ ਜੇ ਰਾਜ ਸਭਾ ਮੈਂਬਰ ਮੁਅੱਤਲ ਕੀਤੇ ਸੀ, ਇੱਕ ਨਹੀਂ ਇਕੱਠੇ 12 ਹੀ ਦਰਜਨ, ਤੇ ਉਹ ਦਰਜਨ ਮੁਅੱਤਲ ਰਾਜ ਸਭਾ ਮੈਂਬਰਾਂ ਦੇ ਪੱਖ ਦੇ ਵਿੱਚ ਕੁਝ ਵਿਰੋਧੀ ਧਿਰ ਦੇ ਚੋਟੀ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਵੀ ਸਾਹਮਣੇ ਆਉਣ ਦੀ ਖਬਰ ਹੈ। ਕੌਣ ਕੌਣ ਆਇਆ ਸਾਹਮਣੇ, ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਅਖਿਲੇਸ਼ ਯਾਦਵ ਵਰਗੇ ਬੰਦੇ, KC ਵੇਣੂਗੋਪਾਲ ਵਰਗੇ ਬੰਦੇ, ਤੇ ਹੋਰ ਜਿਹੜੇ ਕਿ ਵੱਡੀਆਂ ਧਿਰਾਂ ਨੇ, ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਮੈਂਬਰ ਹੈਗੇ ਆ, ਤੇ ਹੋਰ ਜਿਹੜੇ ਕਈ ਸਾਰੇ ਵਿਰੋਧੀ ਪਾਰਟੀਆਂ ਦੇ ਆਗੂ ਜਿਹੜੇ ਇਹਨਾਂ ਦੇ ਧਰਨੇ ਵਿੱਚ ਆਏ ਆ, ਸ਼ਾਮਲ ਹੋਏ ਆ, ਤੇ ਉਹਨਾਂ ਨੇ ਕਿਹਾ ਕਿ ਇਹ ਮੁਅੱਤਲੀ ਗਲਤ ਹੈ, ਏਦਾਂ ਨਹੀਂ ਹੋਣਾ ਚਾਹੀਦਾ, ਤੇ ਇਸ ਤਰ੍ਹਾਂ ਜੇ ਕਰਨ ਲੱਗ ਪਈ ਤਾਂ ਲੋਕਾਂ ਦੇ ਮੁੱਦੇ ਆਪਾਂ ਕਿਵੇਂ ਚੁੱਕਾਂਗੇ? ਕਾਫੀ ਚਰਚਾ ਹੋ ਰਹੀ ਹੈ ਚਾਵਲਾ ਸਾਹਿਬ ਇਹਨਾਂ 12 ਮੁਅੱਤਲ ਮੈਂਬਰਾਂ ਦੀ ਭਾਰਤ ਵਿੱਚ, ਤੇ ਇਹਨੂੰ ਸੰਵਿਧਾਨ ਗੈਰ ਸੰਵਿਧਾਨਕ ਦੱਸਿਆ ਜਾ ਰਿਹਾ। ਕੋਈ ਧਾਰਾ ਹੈ 327, ਉਸ ਸੰਦਰਭ ਵਿੱਚ ਇਹ ਕਹਿੰਦੇ ਨੇ ਬਹੁਤ ਗਲਤ ਫੈਸਲਾ ਕੀਤਾ ਨਾਇਡੂ ਜੀ ਨੇ, ਜਿਹੜੇ ਸਪੀਕਰ ਹੈਗੇ ਆ ਰਾਜ ਸਭਾ ਦੇ। ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ। ਇਹ ਉਹ ਕਹਿੰਦੇ ਮਾਫੀ ਮੰਗ ਲਓ ਸਿੱਧਾ ਤੋਂ, ਆਹ ਕਹਿੰਦੇ ਮਾਫੀ ਮੰਗਣੀ ਨਹੀਂ। ਹੁਣ ਝਗੜਾ ਕਿਵੇਂ ਨਿਬੜੂਗਾ ਜੀ? ਉਹ ਜਿਵੇਂ ਸੂਰ ਸਿਕੰਦਰ ਦਾ ਗੀਤ ਸੀਗਾ ਵੀ ਰਜਾਮੰਦੀ ਕਰ ਲਓ ਨਿਬੜ ਜਾਂਦੇ ਨੇ, ਤੇ ਫੈਸਲੇ ਰਜਾਮੰਦੀ ਕਰਦੀ ਹੈ ਤਾਂ ਨਿਬੜ ਜਾਂਦੇ ਆ, ਪਰ ਇਹ ਨਾ ਤਾਂ ਉਹ ਘਟਦੇ ਆ ਤੇ ਨਾ ਉਹ ਪਿੱਛੇ ਹਟਦੇ ਆ।
ਦੋਵੇਂ ਪਾਸੇ ਹੈਗੇ ਆ, ਨਾ ਮਾਫੀ ਮੰਗਣੀ ਆ ਨਾ ਮਾਫੀ ਦੇਣੀ ਆ। ਤੇ ਜਦੋਂ ਇੱਥੇ ਗੱਲ ਅੜ ਜਾਂਦੀ ਆ ਫਿਰ ਪੰਗੇ ਪੈਂਦੇ ਆ ਚਾਵਲਾ ਸਾਹਿਬ। ਅੱਛਾ, ਲੋਕ ਸਭਾ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਦੇ ਉੱਤੇ ਕੌਮਾਂਤਰੀ ਯੂਨੀਵਰਸਿਟੀ ਬਣਾਉਣ ਦੀ ਮੰਗ ਉੱਠੀ ਹੈ, ਕੀ ਲੱਗਦਾ ਤੁਹਾਨੂੰ? ਇਹ ਅਸਲ 'ਚ ਚਾਵਲਾ ਸਾਹਿਬ ਕੱਲ ਨਾ ਜਿਹੜੇ ਇੱਕ ਹਰਸਿਮਰਤ ਕੌਰ ਬਾਦਲ ਹੋ ਗਏ ਤੇ ਰਮਨੀਤ ਬਿੱਟੂ ਹੋ ਗਏ ਤੇ ਹੋਰ ਰਾਜ ਮੈਂਬਰ ਜਿਹੜੇ ਸੀਗੇ ਸਾਡੇ ਪੰਜਾਬ ਦੇ, ਤੇ ਉਹਨਾਂ ਨੇ ਕੱਲ ਬਕਾਇਦਾ ਤੌਰ ਤੇ ਲੋਕ ਸਭਾ ਦੇ ਵਿੱਚ ਇਹ ਡਿਮਾਂਡ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦਤ ਦੀ ਚਾਦਰ ਬਣ ਕੇ ਉਹਨਾਂ ਸਮਿਆਂ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਸੀਗਾ। ਜੇ ਉਹ ਨਾ ਵੈਸੇ ਆਪਾਂ ਗੱਲ ਜੇ ਕਰਦੇ ਵੀ ਹਾਂ ਚਾਵਲਾ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦਾ ਦੇਣ ਦੇ ਵੀ ਸਕਦਾ ਕੋਈ, ਜੇ ਅਬਕੀ ਨਾ ਚਬਕੀ ਤਬਕੀ, ਜੇ ਨਾ ਹੁੰਦੇ ਗੁਰੂ ਸਾਹਿਬ ਵੈਸੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਉਹਨਾਂ ਨੇ ਤਾਂ ਸੁਨਨਤ ਹੁੰਦੀ ਸਭ ਕੀਤਾ, ਹਾਲਾਤ ਬਹੁਤ ਮਾੜੇ ਹੋ ਜਾਣੇ ਸੀਗੇ। ਤੇ ਉਹ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਗੁਰੂ ਜਿਹੜੀ ਯੂਨੀਵਰਸਿਟੀ ਕੌਮਾਂਤਰੀ ਯੂਨੀਵਰਸਿਟੀ ਦਿੱਲੀ 'ਚ ਬਣਾਈ ਜਾਵੇ ਤਾਂ ਕਿ ਉਹਨਾਂ ਦੀ ਗੱਲ ਹੋ ਸਕੇ। ਬਹੁਤ ਵੱਡਾ ਯੋਗਦਾਨ ਹੈ ਚਾਵਲਾ ਸਾਹਿਬ। ਤੇ ਇਸ ਸੰਦਰਭ ਵਿੱਚ ਚਲੋ ਗੱਲ ਤਾਂ ਪਤਾ ਨਹੀਂ ਅੱਗੇ ਕੇਂਦਰ ਸਰਕਾਰ ਕਰਦੀ ਕੀ ਆ, ਬੇਸ਼ੱਕ ਮੋਦੀ ਜੀ ਨੇ ਵੀ ਦਿੱਤੀ ਆ ਉਹਨਾਂ ਨੂੰ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਸੰਦਰਭ ਵਿੱਚ ਸ਼ਰਧਾਂਜਲੀ, ਤੇ ਹੋਰ ਵੀ ਰਾਸ਼ਟਰਪਤੀ ਜੀ ਵੀ ਆ ਗਈ ਆ, ਤੇ ਬੇਸ਼ੱਕ ਹੋ ਰਹੀਆਂ ਗੱਲਾਂ, ਬਿਆਨਬਾਜ਼ੀ ਹੋ ਰਹੀ ਆ, ਪਰ ਸ਼ਾਇਦ ਇਦਾਂ ਦਾ ਕੰਮ ਹੋ ਜਾਵੇ ਤਾਂ ਚਲੋ ਵਧੀਆ ਗੱਲ ਆ। ਐਜੂਕੇਸ਼ਨ ਤੌਰ ਤੇ ਉੱਪਰ ਉੱਠਣਾ ਇੱਕ ਚੰਗਾ ਹਿੱਸਾ ਹੁੰਦਾ ਜੇ ਐਜੂਕੇਸ਼ਨ ਤੌਰ ਤੇ ਉੱਠਦੇ ਆ। ਗੱਲ ਤਾਂ ਚਾਵਲਾ ਸਾਹਿਬ ਇਹ ਵੀ ਉੱਠ ਰਹੀ ਆ ਕਿ ਜਿਹੜਾ ਚਿਲਡਰਨ ਡੇ ਹੁੰਦਾ ਉਹ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਮਨਾਇਆ ਜਾਇਆ ਕਰੇ। ਗੱਲ ਤਾਂ ਇਹ ਵੀ ਉੱਠਣ ਲੱਗ ਰਹੀ ਹੈ ਚਾਵਲਾ ਸਾਹਿਬ ਜੀ। ਇਹ ਭਾਜਪਾ ਦੇ ਹੀ ਕਾਰਕੁਨਾਂ ਵੱਲੋਂ ਉਠਾਈ ਜਾ ਰਹੀ ਹੈ। ਵੌਇਸ ਆਫ ਸਿਟੀ 1320 AM ਤੇ ਖਬਰ ਪਹਿਲਾਂ ਮੈਂ ਆਪਾਂ ਸਾਂਝੀ ਕਰ ਚੁੱਕੇ ਹਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿੱਚ। ਔਰ ਕਹਿੰਦੇ ਨੇ ਕਿ ਯਾਰੀ ਲੱਗੀ ਤੋਂ ਲਵਾਤੇ ਤਖਤੇ ਤੇ ਟੁੱਟੀ ਤੋਂ ਚੁਗਾਠ ਪੱਟ ਲਈ। ਹੁਣ ਲਾਲ ਸਿੰਘ ਬੜਾ ਵੱਡਾ ਨਾਂ, ਕਾਂਗਰਸੀ ਟਕਸਾਲੀ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਹਾਂਜੀ ਅਕਸਰ, ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਅਮਰਵੇਲ ਦੱਸਿਆ। ਤੇ ਅਮਰਵੇਲ ਤੁਹਾਨੂੰ ਪਤਾ ਹੀ ਹੈ ਕਿ ਉਹਦਾ ਸੁਭਾਅ ਕੀ ਹੈ, ਹਾਂਜੀ ਉਹਦਾ ਪੈਰਾਸਾਈਟ ਪਰਜੀਵੀ ਹੁੰਦੀ ਹੈ। ਅਮਰਵੇਲ ਪਰਜੀਵੀ ਹੁੰਦੀ ਹੈ, ਦੂਜੇ ਰੁੱਖ ਦੇ ਉੱਪਰ ਆਪਣੇ ਆਪ ਦੀ ਖੁਰਾਕ ਪੈਦਾ ਕਰਕੇ ਪੜਨ ਵਾਲੀ ਜੀ। ਜਿਵੇਂ ਕਿ ਕਿਸਾਨਾਂ ਨੂੰ ਕਿਹਾ ਸੀਗਾ ਉਹਨੇ, ਮੋਦੀ ਨੇ ਪਰਜੀਵੀ ਗਲਤ ਕਿਹਾ ਸੀ ਉਹਨੇ, ਤੇ ਅਮਰਵੇਲ ਬੜੀ ਵੱਡੀ ਗੱਲ ਹੁੰਦੀ ਹੈ ਚਾਵਲਾ। ਲਾਲ ਸਿੰਘ ਦਾ ਇੱਕ ਹੈਗਾ ਨਾਂ ਹੈਗਾ, ਕਾਫੀ ਲੰਮੇ ਸਮੇਂ ਤੋਂ ਕਾਂਗਰਸ ਦੇ ਵਿੱਚ ਹੈਗੇ, ਉਹਨੇ ਕਾਂਗਰਸ ਤੋਂ ਇੱਕ ਕਦੇ ਕਦਮ ਵੀ ਪਿੱਛੇ ਚੱਕਿਆ। ਕਿਹੜੀ ਮਰਜ਼ੀ ਬੰਦਾ ਹੋਵੇ, ਜਿਹੜਾ ਉੱਪਰੋਂ ਹਾਈ ਕਮਾਂਡ ਤੋਂ ਆਰਡਰ ਹੋ ਜਾਂਦਾ ਉਸ ਆਰਡਰ ਨੂੰ ਸਿਰ ਮੱਥੇ ਮੰਨਦੇ ਆ। ਕਦੇ ਵੀ ਕਾਂਗਰਸ ਤੋਂ ਇੱਧਰ ਉੱਧਰ ਨਹੀਂ ਹੋਏ, ਉਹ ਐ ਟਿਕੇ ਰਹੇ ਆ। ਚੰਗੇ ਵੱਡੇ ਲੀਡਰ ਆ ਚਾਵਲਾ ਸਾਹਿਬ, ਉੱਚੇ ਕੱਦ ਦੇ ਲੀਡਰ ਆ, ਇੱਕ ਨੰਬਰ ਕਤਾਰ 'ਚ ਆਉਂਦੇ ਆ ਉਹ। ਪੰਜਾਬ ਦੀ ਜੇ ਸਿਆਸਤ ਗੱਲ ਕਰਦੇ ਆ, ਇੱਕ ਨੰਬਰ ਤੇ ਆਉਂਦੇ ਆ ਉਹ। ਤੇ ਉਸ ਬੰਦੇ ਦੀ ਗੱਲ ਜਿਹੜੀ ਹੁੰਦੀ ਆ, ਕਈ ਵਾਰੀ ਉਹ ਬਹੁਤ ਡਾਂਗ ਮਾਰਦੇ ਆ। ਪਿਛਲੀ ਵਾਰੀ ਉਹਨੇ ਚੋਣ ਨਹੀਂ ਲੜੀ ਸੀਗੀ, ਉਹਦੀ ਜਗ੍ਹਾ ਉਹਦੇ ਬੇਟੇ ਨੇ ਚੋਣ ਲੜੀ ਸੀਗੀ ਪਿਛਲੀ ਵਾਰੀ। ਬੇਟਾ ਉਹਦਾ MLA ਇਸ ਵੇਲੇ। ਇਸ ਵਾਲੇ ਉਹਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਅਮਰਵੇਲ ਹੈਗੇ ਆ। ਇਸ ਅਮਰਵੇਲ ਨੂੰ ਲਾਉਣ ਦਾ ਕੰਮ ਕੀਤਾ ਸਾਡੇ ਪ੍ਰਧਾਨ ਨਵਜੋਤ ਸਿੱਧੂ ਨੇ। ਇਹ ਵੱਡੀ ਗੱਲ ਆਖੀ ਉਹਨੇ। ਇਹ ਅਮਰਵੇਲ ਹੁਣ ਭਾਜਪਾ ਦੇ ਉੱਪਰ ਚੜ ਗਈ ਆ, ਹੁਣ ਭਾਜਪਾ ਨੂੰ ਵੀ ਖਤਮ ਕਰੇਗੀ ਅਮਰਵੇਲ। ਇਹ ਅਮਰਵੇਲ ਆ ਕਹਿੰਦੇ ਆਪਣਾ। ਉਹਨੇ ਪ੍ਰਨੀਤ ਕੌਰ ਨੂੰ ਵੀ ਕਿਹਾ, ਕਹਿੰਦੇ ਆ ਕਿ ਸਮਾਣਾ ਹਾਰਿਆ ਜਾਂ ਕਿਹੜਾ ਹਾਰਿਆ, ਕਹਿੰਦੇ ਵੇਖਿਓ ਤੁਹਾਡੀ ਜ਼ਮਾਨਤ ਜ਼ਬਤ ਨਾ ਕਰਾਈ ਅਸੀਂ। ਹੁਣ ਜ਼ਮਾਨਤ ਜ਼ਬਤ ਕਰਾਉਣ ਤੱਕ ਕਹਿਤੀ ਇਹ ਗੱਲ ਉਹਨਾਂ ਨੇ ਉਸ ਨੂੰ, ਪਟਿਆਲੇ ਦੇ ਵਿੱਚ ਪ੍ਰਨੀਤ ਕੌਰ ਨੂੰ ਵੀ ਕਾਫੀ ਸਖਤ ਨਜ਼ਰ ਆਏ ਨੇ ਕੱਲ ਚਾਵਲਾ ਸਾਹਿਬ। ਹੈਗੇ ਮੰਡੀ ਬੋਰਡ ਦੇ ਚੇਅਰਮੈਨ ਨੇ, ਗ੍ਰਾਂਟਾਂ ਵੰਡੀ ਜਾਂਦੇ ਆ। ਕੱਲ 70 ਦੇ ਕਰੀਬ ਸਨੌਰ ਹਲਕੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਗ੍ਰਾਂਟਾਂ ਵੰਡੀਆਂ ਨੇ। ਅੱਜ ਫੇਰ ਗ੍ਰਾਂਟਾਂ ਵੰਡਣਗੇ ਉਹ। ਤੇ ਦੂਜੇ ਪਾਸੇ ਸਨੌਰ ਹਲਕੇ ਦੇ ਵਿੱਚ ਹੈਰੀਮਾਨ ਕੰਮ ਕਰੀ ਜਾਂਦੇ ਆ। ਤੇ ਇਹ ਵੀ ਕਹਿੰਦੇ ਆ ਮੈਂ ਸੇਵਾ ਸਨੌਰ ਦੀ ਕਰਨੀ ਹੈ ਮੁੜ ਕੇ ਫੇਰ, ਕਿ ਪਹਿਲਾਂ ਵੀ ਸਨੌਰ ਤੇ MLA ਰਹਿੰਦੇ ਸੀ ਇਹ, ਦੁਬਾਰਾ ਫੇਰ ਸਨੌਰ ਤੇ ਹੁਣ ਟਿਕਟ ਲੈਣਾ ਚਾਹੁੰਦੇ ਆ। ਗੱਲ ਵੱਧ ਰਹੀ ਆ ਚਾਵਲਾ ਸਾਹਿਬ ਕਾਂਗਰਸ ਦੇ ਵਿੱਚ ਨਾ ਕੈਪਟਨ ਦੇ ਬਾਹਰ ਜਾਣ ਦੇ ਨਾਲ, ਕਿਉਂਕਿ ਹੈਰੀਮਾਨ ਪ੍ਰਨੀਤ ਕੌਰ ਦਾ ਬੰਦਾ ਕਿਹਾ ਜਾਂਦਾ ਹੈ ਚਾਵਲਾ ਸਾਹਿਬ। ਭਾਈ ਹਰਪ੍ਰੀਤ ਸਿੰਘ ਹੁਣਾਂ ਦਾ ਇੱਕ ਹੋਰ ਬਿਆਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਕਿ ਧਰਮ ਪਰਿਵਰਤਨ ਦੀ ਜਾਂਚ ਹੋਵੇ ਸਰਹੱਦੀ ਖੇਤਰ ਦੇ ਵਿੱਚ। ਮੈਂ ਪੜ੍ਹ ਰਿਹਾ ਸੀ ਖਬਰ ਹਰ ਕੋਈ ਪੜ੍ਹਨੀ ਪੈਂਦੀ ਹੈ ਸਾਨੂੰ। ਜਿਸ ਤਰੀਕੇ ਨਾਲ ਉਹਨਾਂ ਦਾ ਬਿਆਨ ਛਪਿਆ, ਸਵਾਲ ਤਾਂ ਇਹ ਉੱਠਦਾ ਹੈ ਕਿ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਤੁਸੀਂ ਕਰ ਕੀ ਰਹੇ ਹੋ? ਤੀਜੀ ਚੌਥੀ ਵਾਰੀ ਤੁਹਾਡਾ ਬਿਆਨ, ਤੁਹਾਡਾ ਇਹਦੇ ਪ੍ਰਤੀ ਕੀ ਸਟੈਪ ਹੈ? ਤੁਸੀਂ ਕੌਮ ਨੂੰ ਕੀ ਸੁਨੇਹਾ ਦਿੱਤਾ ਕੁਝ? ਜਿਹੜੇ ਗੁਰਦੁਆਰਿਆਂ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਨੀਵੀਂ ਜਾਤ ਦੇ ਕਹਿ ਕੇ ਤੇ ਉਹਨਾਂ ਨੂੰ ਇੱਕ ਥਾਂ ਤੇ ਵੱਖਰਾ ਪੰਗਤ ਲਾ ਕੇ ਲੰਗਰ ਛਕਾਉਂਦੇ ਹੋ, ਜਾਂ ਉਹਨਾਂ ਨੂੰ ਨਹੀਂ ਵੜਨ ਦਿੱਤਾ ਜਾਂਦਾ ਕਈਆਂ ਥਾਵਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ। ਕਈਆਂ ਥਾਵਾਂ ਦੀ ਮੈਂ ਗੱਲ ਕਰ ਰਿਹਾ, ਸਾਰੇ ਨਾ ਐਵੇਂ ਮਿਰਚਾਂ ਲਾ ਲਿਆ ਕਰੋ ਆਪਣੇ ਆਪ ਨੂੰ। ਕਈ ਇਹੋ ਜਿਹੇ ਵੀ ਹੈਗੇ ਨੇ, ਸਾਰੇ ਥਾਵਾਂ ਤੇ ਨਹੀਂ ਹੁੰਦਾ, ਕਈਆਂ ਥਾਵਾਂ ਤੇ ਹੁੰਦਾ ਹੈ। ਤੇ ਉੱਥੇ ਮਹਾਰਾਜ ਦੇ ਸਰੂਪ ਦਾ ਕੋਈ ਕੰਮ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਉੱਥੋਂ ਚੱਕ ਕੇ ਲਿਆਉਣਾ ਚਾਹੀਦਾ। ਮੈਂ ਤੇ ਹੈਰਾਨ ਆ ਸਤਿਕਾਰਯੋਗ ਕਮੇਟੀਆਂ ਜਿਹੜੀਆਂ ਸਾਰੀਆਂ ਇਹਨਾਂ ਨੂੰ
ਮਾਤੜ ਬੰਦਾ ਹੀ ਦਿਖਾਈ ਦਿੰਦਾ, ਉਹਦੀਆਂ ਹੀ ਮੋਹਰਾਂ ਕੱਟ ਤੋੜ ਦਿੰਦੇ ਨੇ, ਜਾਂਦੇ ਨਹੀਂ ਵੱਡਿਆਂ ਵਾਲੇ ਪਾਸੇ ਨੇ, ਉਧਰ ਨੂੰ ਪਤਾ ਅੱਗੋਂ ਵੱਜਣੀਆਂ। ਤੇ ਗਿਆਨੀ ਹਰਪ੍ਰੀਤ ਸਿੰਘ ਜੀ ਠੀਕ ਕੀ ਕੀਤਾ ਇਹਦੇ ਉੱਤੇ, ਕੀ ਸਟੈਪ, ਕੀ ਹੁਕਮ, ਕੀ ਸੁਨੇਹਾ ਦਿੱਤਾ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ ਨੇ? ਜਿਸ ਡੇਰੇ ਦੇ ਵਿੱਚ ਜਾਂ ਜਿਸ ਜਗ੍ਹਾ ਦੇ ਉੱਤੇ ਵੀ ਗੁਰੂ ਮਹਾਰਾਜ ਦਾ ਸਰੂਪ ਸੁਭਾਇਮਾਨ ਹੈ, ਉੱਥੇ ਜੇ ਇਹੋ ਜਿਹੀ ਹਰਕਤ ਹੁੰਦੀ ਹੈ ਤੇ ਤੁਸੀਂ ਕੀ ਕੌਮ ਦੇ ਸਿਰਫ ਜਥੇਦਾਰ ਦੇ ਰੂਪ ਦੇ ਵਿੱਚ ਹੀ ਵਿਚਰਨਾ? ਉੱਥੇ ਜਾ ਕੇ ਜਥੇਦਾਰੀ ਦਿਖਾਓ ਕਿ ਖਬਰਦਾਰ ਜੇ ਇਹ ਕੰਮ ਕੀਤਾ ਤੁਸੀਂ ਗੁਰੂ ਘਰ ਦੇ ਜਿਹੜੀ ਯਾਰ ਜਿਹੜੇ ਰੋਹ ਰੀਤਾਂ ਨੂੰ ਧੱਜੀ ਡਾ ਰਹੇ ਹੋ, ਗੁਰੂ ਦੇ ਫਲਸਫੇ ਦੀ ਧੱਜੀ ਡਾ ਰਹੇ ਹੋ। ਕੀ ਕਦੀ ਕੀਤਾ ਕਿਸੇ ਤੁਸੀਂ ਹੁਕਮ? ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਜਥੇਦਾਰ ਉਹਨਾਂ ਨੂੰ ਨਹੀਂ ਪਤਾ ਕੀ ਹੁੰਦਾ ਹੈ? ਤੇ ਜੇ ਕੋਈ ਧਰਮ ਪਰਿਵਰਤਨ ਕਰਕੇ ਕੋਈ ਇੱਜ਼ਤ ਮਾਣ ਦੂਜੇ ਧਰਮ ਦੇ ਵਿੱਚ ਉਹਨਾਂ ਨੂੰ ਮਿਲਦਾ ਤੇ ਤੁਹਾਡਾ ਕਿਉਂ ਬਈ ਫਿਰ ਤੁਸੀਂ ਕਿਉਂ ਦੁਖੀ ਹੁੰਦੇ ਹੋ? ਜੇ ਕੋਈ ਇੱਜ਼ਤ ਮਾਣ ਦਿੰਦਾ, ਸਤਿਕਾਰ ਦਿੰਦਾ, ਦੂਜਾ ਗੱਲ ਨਾਲ ਲਾਉਂਦਾ, ਤੁਸੀਂ ਨਹੀਂ ਲਾਉਣਾ। ਤੁਸੀਂ ਆਪਣੇ ਗੁਰੂ ਦੇ ਆਪਣੇ ਰਹਿਬਰ ਨੂੰ ਪਿੱਠ ਦਿਖਾਈ ਹੈ ਸਿਰਫ ਤੇ ਸਿਰਫ ਗੋਲਕਾਂ ਤੱਕ ਤੁਸੀਂ ਜਿਹੜੇ ਨੇ ਉਹ ਸੇਵਾਦਾਰ, ਉਹ ਹੋਰ ਕੋਈ ਸੇਵਾ ਤੁਹਾਨੂੰ ਆਉਂਦੀ ਨਹੀਂ। ਤੇ ਜੇ ਕੋਈ ਦੂਜਾ ਧਰਮ ਉਸ ਘੱਟ ਗਿਣਤੀ ਜਾਂ ਜਿਹੜੀ ਉਸ ਨੂੰ ਦੁਤਕਾਰਿਆ ਹੋਇਆ ਨੂੰ ਗੱਲ ਨਾਲ ਲਾਉਂਦਾ ਤੇ ਸੋ ਵੱਟ, ਫਿਰ ਤੁਹਾਡਾ ਕੋਈ ਫਰਜ਼ ਨਹੀਂ ਬਣ ਜਾਂਦਾ। ਫਰਜ਼ ਨਿਭਾਓ, ਬਿਆਨ ਨਾ ਇਕੱਲੇ ਦਿਓ। ਕੀ ਕਹਿਣਾ ਚਾਹੋਗੇ? ਫਰਜ਼ ਨਿਭਾਓ, ਕੀ ਬਾਤ ਹੈ, ਕੀ ਬਾਤ ਹੈ। ਫਰਜ਼ ਨਿਭਾਓ, ਬਿਆਨ ਨਾ ਦਿਓ। ਬਿਆਨ ਦੇਣ ਨਾਲ ਕੁਝ ਮਾਨ ਨਹੀਂ ਬਣਦਾ। ਉਹਦਾ ਤੇ ਕਹਿੰਦੇ ਸਾਡੇ ਸਾਰੇ ਚੌਂ ਵਰਨਾਂ ਦਾ ਸਾਂਝਾ, ਸਭੇ ਸਾਂਝੀ ਵਾਲਸ ਦਾ ਇਨ ਕੋਈ ਨਾ ਦਿਸੇ ਬਾਹਰਾ ਜੀ, ਮਾਨਸ ਕੀ ਜਾਤ ਸਭੇ ਕੇ ਪਹਿਚਾਨੋ। ਕਿੰਨਾ ਕੁਝ ਮਾਨ ਜਾਤ ਦੇ ਉੱਤੇ ਕਿੰਨਾ ਕੁਝ ਪੜ੍ਹ ਕੇ ਤੁਹਾਨੂੰ ਸੁਣਾ ਦੇਵਾਂ ਜੋ ਗੁਰਬਾਣੀ ਦੇ ਵਿੱਚ ਲਿਖਿਆ। ਫਰਜ਼ ਨਿਭਾਓ, ਫਰਜ਼। ਬਿਆਨਾਂ ਤੱਕ ਸੀਮਤ ਨਾ ਰਹੋ। ਬਿਆਨ ਤਾਂ ਕੋਈ ਵੀ ਦੇ ਸਕਦਾ। ਹਾਂਜੀ ਚਾਵਲਾ ਸਾਹਿਬ, ਭਾਈ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ ਉਦਾਹਰਨ ਕੀ ਦਿੱਤੀ ਆ, ਉਹ ਬੜੀ ਵੱਡੀ ਗੱਲ, ਸੋਚਣ ਵਾਲੀ ਗੱਲ ਹੋਊਗੀ। ਉਦਾਹਰਨ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜਾ ਬਲੀਦਾਨ ਜਿਹੜਾ ਹੈਗਾ। ਕਹਿੰਦੇ ਵੀ ਔਰੰਗਜ਼ੇਬ ਬੜੀ ਜ਼ਬਰਦਸਤ ਤਰੀਕੇ ਨਾਲ ਧਰਮ ਪਰਿਵਰਤਨ ਕਰਵਾ ਰਿਹਾ ਸੀਗਾ, ਤੇ ਉਹ ਧਰਮ ਪਰਿਵਰਤਨ ਕਹਿੰਦਾ ਕਰਾ ਰਿਹਾ ਸੀਗਾ, ਤੇ ਫਿਰ ਬੜੀ ਵੱਡੀ ਕੰਮ ਕਰਨਾ ਪਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ। ਕਹਿੰਦਾ ਅੱਜ ਕੱਲ੍ਹ ਵੀ ਧਰਮ ਪਰਿਵਰਤਨ ਹੋ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ ਸੀਗਾ ਆਪਣਾ ਬਲੀਦਾਨ। ਬਹੁਤ ਵੱਡੀ ਗੱਲ ਕੀਤੀ ਹਰਪ੍ਰੀਤ ਜੀ ਨੇ। ਪਰ ਹਰਪ੍ਰੀਤ ਜੀ, ਅੱਜ ਆਪਾਂ ਕਿੰਨੇ ਕੁ ਬਲੀਦਾਨ ਦੇ ਰਹੇ ਹਾਂ ਇਸ ਸੰਬੰਧ ਵਿੱਚ? ਤੁਸੀਂ ਤਾਂ ਗੱਲ ਚਾਵਲਾ ਸਾਹਿਬ ਵੱਡੀ ਕਰਤੀ। ਨਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕੋਈ ਪੱਤਰਕਾਰ ਤੱਪੜ ਝਾੜਨਾ ਹੋਵੇ, ਪੱਤਰਕਾਰ ਹੋਵੇ, ਸਵਾਲ ਪੁੱਛੇ ਇਹਨਾਂ ਦੇ ਨਾਲ ਗੜਵਈ ਨਾ ਹੋਵੇ ਤੇ ਇੱਥੇ ਬੈਠਾ ਹੋਵੇ ਰੰਗਲਾ ਪੰਜਾਬ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਮਣੇ ਆਏ ਸੀ ਗਿਆਨੀ ਆਨੰਦਗੜ੍ਹ ਸਾਹਿਬ, ਫਤਿਹ ਵੀ ਨਹੀਂ ਬੁਲਾ ਕੇ ਗਏ, 2 ਦੂਣੀ 4 ਫਤਿਹ ਵੀ ਨਹੀਂ ਬੁਲਾ ਕੇ ਗਏ ਹੀ, ਉੱਠ ਕੇ ਚਲੇ ਗਏ ਸੀਗੇ। ਇਹਨਾਂ ਨੂੰ ਪੁੱਛੋ ਵੀ ਤੁਸੀਂ ਜਿਹੜੀ ਤੁਲਨਾ ਔਰੰਗਜ਼ੇਬ ਦੀ ਗੱਲ ਦੀ ਕਰਦੇ ਹੋ, ਔਰੰਗਜ਼ੇਬ ਤੇ ਧੱਕੇ ਨਾ ਕਰਦਾ ਸੀ, ਧੱਕੇ ਨਾ ਕਰਦਾ ਸੀ। ਉਹ ਕਹਿੰਦਾ ਸੀ ਮੈਂ ਹਰਾ ਹੈਦਰ ਚਲਾਉਣਾ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਲੀ ਦੀ ਗੱਲ ਨਹੀਂ ਕੀਤੀ। ਤੁਸੀਂ ਬਲੀ ਦਾ ਲਫ਼ਜ਼ ਜਿਹੜਾ ਨਾ ਉਹ ਮੂੰਹ ਚ ਪਾ ਰਹੇ ਹੋ ਸਾਰੇ ਹੀ, ਕਿਤੇ ਪੜ੍ਹ ਕੇ ਵੇਖੋ ਇਤਿਹਾਸ ਨੂੰ। ਉਹਨਾਂ ਨੇ ਕਹਿਤਾ ਸੀ ਪੰਡਿਤ ਹਰਦਿਆਲ ਨੂੰ ਕਿ ਜਾ ਕੇ ਕਹਿ ਦੇ ਕਿ ਸਾਡਾ ਗੁਰੂ ਜੇ ਤੇਰੀ ਈਨ ਮੰਨ ਲਵੇ ਤੇ ਅਸੀਂ ਸਾਰੇ ਧਰਮ ਤਬਦੀਲ ਕਰਨ। ਆਹ ਗੱਲ ਵਾ ਅਸਲੀ, ਜਿੱਥੇ ਅਸੀਂ ਭਟਕੇ ਹੋਏ ਆ। ਪੜ੍ਹ ਕੇ ਵੇਖੋ ਕਿਤੇ ਇਤਿਹਾਸ। ਆਹ ਗੱਲ ਤੁਹਾਡੇ ਤੋਂ ਕੱਢ ਦਿੱਤੀ ਗਈ ਤੇ ਤੁਹਾਡੇ 'ਚ ਬਲੀ ਵਾਰ ਦਿੱਤੀ ਗਈ। ਉਹ ਵੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਮੂੰਹ ਚੋਂ ਖਵਾਈ ਜਾ ਰਹੀ ਹੈ ਕਿ ਬਲੀ ਦੀ ਲੋੜ ਹੈ। ਗੁਰੂ ਘਰ ਦੇ ਵਿੱਚ ਬਲੀ ਤੇ ਹੈ ਹੀ ਨਹੀਂ। ਗੁਰੂ ਨਾਨਕ ਦੇ ਦਰ ਦੇ ਵਿੱਚ ਪੜ੍ਹੋ, ਤੁਸੀਂ ਪੜ੍ਹੀਏ ਫੇਰ ਆ ਨਾ। ਅਸੀਂ ਤੇ ਬਸ ਉਹੀ ਲਕੀਰ ਤੇ ਫਕੀਰ। ਅਗਲਿਆਂ ਕਿਹਾ ਸੀ ਜਾ ਕੇ ਕਹੋ ਗੁਰੂ ਤੇਗ ਬਹਾਦਰ ਸਾਹਿਬ ਨੇ, ਜਾਓ ਜਾ ਕੇ ਕਹਿ ਦਿਓ ਸਮੇਂ ਦੇ ਹਾਕਮ ਨੂੰ ਵੀ ਸਾਡਾ ਗੁਰੂ, ਕਿਉਂਕਿ ਪੰਡਿਤ ਹਰਦਿਆਲ ਜੋ ਆਇਆ ਸੀ ਕਸ਼ਮੀਰ ਤੋਂ, ਉਹਨੇ ਗੁਰੂ ਧਾਰਨ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਤੇ ਉਹ ਮੁੜ ਕੇ ਖੰਡੇ ਬਾਟੇ ਦੀ ਪੌਲ ਵੀ ਛਕੀ ਆ ਉਹਨੇ ਕਿ ਜਾ ਕੇ ਕਹਿ ਦਿਓ ਸਮੇਂ ਦੇ ਹਾਕਮ ਨੂੰ, ਸਾਡੇ ਗੁਰੂ ਨੂੰ ਤੂੰ ਜੇਕਰ ਧਰਮ ਤਬਦੀਲ ਕਰਵਾ ਲੈਣਾ ਤੇ ਫਿਰ ਅਸੀਂ ਧਰਮ ਤਬਦੀਲ ਕਰ ਲਵਾਂਗੇ। ਸਵਾਲ ਤਾਂ ਸਵਾਲ ਆਹ ਵਾ। ਉਹ ਦੰਗਿਆਂ ਵਾਲੀ ਗੱਲ ਨੂੰ, ਕਤਲੇਆਮ ਵਾਲੀ ਗੱਲ ਨੂੰ ਦੰਗੇ ਬਣਾ ਕੇ ਪੇਸ਼ ਕੀਤਾ ਜਾਂਦਾ। ਇਵੇਂ ਹੀ ਪਤਾ ਹੀ ਕੋਈ ਨਹੀਂ, ਸੋਚਿਆ ਹੀ ਕੋਈ ਨਹੀਂ ਹੈ, ਬਸ ਛਕ ਛਕਾ ਲਿਆ ਲੰਗਰ ਦਾ ਮਾਇਆ ਤੇ ਬਸ ਹੋ ਗਈ। ਢਾਡੀਆਂ ਨੂੰ ਚੜਾਤੇ ਪੈਸੇ ਤੇ ਕਥਾ ਕੀਰਤਨ ਵਾਲਿਆਂ ਨੂੰ ਭਟਕੇ ਹੀ ਫਿਰਦੇ ਅਸੀਂ। ਤੇ ਅਸਲੀ ਸੱਚ ਕੀ ਹੈ? ਅਸਲੀ ਸੱਚ ਇਹ ਹੈ ਕਿ ਉਹਨਾਂ ਨੇ ਗੁਰੂ ਮੰਨ ਲਿਆ ਸੀ, ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਧਾਰਨ ਕੀਤਾ। ਜਾਓ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ, ਸਾਡੇ ਗੁਰੂ ਨੂੰ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਜੇਕਰ ਧਰਮ ਤਬਦੀਲ ਕਰਵਾ ਦਿੰਦੇ ਹੋ ਅਸੀਂ ਧਰਮ ਤਬਦੀਲ ਕਰ ਲਾਂਗੇ। ਪਰ ਝੁਕਾ ਨਹੀਂ ਸਕੇ। ਸੀਸ ਦੇਣਾ ਪ੍ਰਵਾਨ ਕਰ ਲਿਆ, ਸ਼ਹਾਦਤ ਪ੍ਰਵਾਨ ਕਰ ਲਈ, ਬਲੀ ਨਹੀਂ ਸੀ ਉਹ। ਵੱਡੀ ਗੱਲ ਚੱਲ ਭਾਈ ਦਿਆਲਾ ਦੀ ਗੱਲ ਕਰਦੇ ਆ, ਕਿੱਡੇ ਬੰਦੇ ਉੱਥੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਸਿੱਖਾਂ ਨੂੰ ਨਹੀਂ ਝੁਕਾ ਸਕਿਆ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਜੇ ਅਸੀਂ ਸਿਰਫ ਤੇਗ ਬਹਾਦਰ ਸਾਹਿਬ ਜੀ ਦੀ
ਸ਼ਹੀਦੀ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਸਾਹਮਣੇ, ਉਹਨਾਂ ਦੀ ਅੱਖਾਂ ਦੇ ਸਾਹਮਣੇ ਔਰੰਗਜ਼ੇਬ ਨੇ ਜਿਹੜੇ ਤਸੀਹੇ ਦਿੱਤੇ ਉਹਨਾਂ ਨੂੰ, ਹਾਂਜੀ, ਰੂਹ ਦੇ ਵਿੱਚ ਲਪੇਟਿਆ ਗਿਆ। ਕਿੱਡਾ ਜ਼ਾਲਮ। ਅੱਜ ਕਹਿੰਦੇ ਨਾ ਆਪੀ ਆ ਜਿਹੜੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਧਾੜਵੀ ਨੇ ਉਹ ਦਿੰਦੇ ਨੇ ਇਸ ਤਰ੍ਹਾਂ ਦੀ ਸਖਤ ਸਜ਼ਾਵਾਂ। ਦੇਗ ਦੇ ਵਿੱਚ ਉਬਾਲਿਆ ਗਿਆ, ਆਰੇ ਨਾਲ ਚੀਰਿਆ ਗਿਆ। ਜਾਂ ਕਿੱਡੀ ਤਗੜੀ ਕੁਰਬਾਨੀ ਆ। ਤੇ ਅਸੀਂ ਸਿਰਫ ਗੋਲਕਾਂ ਤੱਕ ਰਹਿ ਗਏ। ਉਹ ਕੁਰਬਾਨੀਆਂ, ਉਹ ਸ਼ਹਾਦਤਾਂ, ਇਹਨਾਂ ਨੂੰ ਮੰਚ, ਇਹਨਾਂ ਨੂੰ ਸਿਰਫ ਉਹ ਦੇ ਦਿੱਤੇ ਸਿਰਫ ਤੇ ਸਿਰਫ ਕਾਨਫਰੰਸਾਂ ਕਰਨ ਵਾਸਤੇ ਜਗ੍ਹਾ। ਕਿੱਡੀ ਵੱਡੀ ਕੁਰਬਾਨੀ ਹੈ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ, ਛੋਟੇ ਸਾਹਿਬਜ਼ਾਦਿਆਂ ਦੀ, ਵੱਡੇ ਸਾਹਿਬਜ਼ਾਦਿਆਂ ਦੀ। ਹਾਂਜੀ, ਅਸੀਂ ਉੱਥੇ ਕਾਨਫਰੰਸਾਂ ਕਰਕੇ ਆਪਣੀ ਰਾਜਨੀਤੀ ਚਮਕਾਉਂਦੇ ਹਾਂ। ਇਹਨਾਂ ਨੂੰ ਪੁੱਛੋ ਭਾਈ ਸਾਹਿਬ ਤੁਸੀਂ ਕੀ ਆਪਣਾ ਫਰਜ਼ ਨਿਭਾ ਰਹੇ ਹੋ? ਤੁਸੀਂ ਗੱਲ ਕਰ ਰਹੇ ਸੀ, ਪਲੀਜ਼ ਕੰਟੀਨਿਊ ਕਰੋ ਆਪਣੀ। ਹਾਂ ਬਿਲਕੁਲ ਜੀ, ਚਾਵਲਾ ਸਾਹਿਬ ਉਹੀ ਤਾਂ ਇਹਨਾਂ ਨੇ ਗੱਲ ਕੀਤੀ ਹੈ ਵੀ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜੋੜਦੇ ਆ, ਪਰ ਅਸੀਂ ਆਪ ਖੁਦ ਕਿੰਨਾ ਕਰਦੇ ਹਾਂ। ਅਸੀਂ ਖੁਦ ਹੁਣ ਤਾਂ ਆਪਾਂ ਉਹੀ ਗੱਲ ਆ ਗਏ ਨਾ ਵੀ ਆਪਾਂ ਤਾਂ ਕੁਰਸੀ ਦੇ ਭੁੱਖੇ ਆ, ਲਾਲਚ ਸਾਨੂੰ ਕੁਰਸੀ ਦਾ ਹੋਇਆ ਪਿਆ। ਤੇ ਕੁਰਸੀ ਦੇ ਨਾਲ ਇਹ ਕੀ ਕਹਿਣਾ ਚਾਹੁੰਦੇ ਕਿ ਅੱਜ ਵੀ ਕੁਰਬਾਨੀ ਦੀ ਲੋੜ? ਕਿੰਨੀਆਂ ਕੁਰਬਾਨੀਆਂ ਕਰ ਦਿੱਤੀਆਂ। ਉਹ ਤਾਂ ਹਰਾ ਹੈਦਰ ਚਲਾਉਣਾ ਚਾਹੁੰਦਾ ਸੀ। ਉਹ ਤਾਂ ਕਹਿੰਦਾ ਸੀ ਮੈਂ ਹਿੰਦੁਸਤਾਨ ਦੇ ਵਿੱਚ ਸਿਰਫ ਹਰਾ ਹੈਦਰ ਮਤਲਬ ਚਲਾਉਣਾ। ਉਹਨੇ ਤੇ ਜੋ ਕਾਰਨਾਮੇ ਕੀਤੇ, ਜੋ ਕਰਤੂਤਾਂ ਕੀਤੀਆਂ, ਮਾੜੀਆਂ ਹੀ ਆ। ਪਰ ਦੂਜੀ ਗੱਲ ਇਹ ਵੀ ਹੈ ਕਿ ਅੱਜ ਭਾਈ ਹਰਪ੍ਰੀਤ ਸਿੰਘ ਜੀ ਕਹਿੰਦੇ ਕਿ ਅੱਜ ਬਲੀ ਦੀ ਲੋੜ। ਅੱਜ ਉਹ ਜੇ ਤੁਸੀਂ ਦੁਦਕਾਰਤੇ ਹੋ, ਤੁਸੀਂ ਉਹਨਾਂ ਨੂੰ ਨਫ਼ਰਤ ਦੇ ਪਾਤਰ ਬਣਾਉਂਦੇ ਹੋ, ਤੁਸੀਂ ਗੱਲ ਨਾਲ ਨਹੀਂ ਲਾਉਂਦੇ, ਤੇ ਜੇ ਕੋਈ ਉਹਨਾਂ ਨੂੰ ਗੱਲ ਨਾਲ ਲਾਉਂਦਾ ਤੇ ਫਿਰ ਤੁਹਾਨੂੰ ਤਕਲੀਫ ਵੀ ਕੀ ਆ ਵੀ? ਕਿਉਂ ਬਈ? ਚਾਵਲਾ ਸਾਹਿਬ ਜਦੋਂ ਨਾ ਡੇਰਾ ਰੋਮੀ ਵਾਲੇ ਦੇ ਵਿੱਚ ਇੱਕ ਦਲਿਤਾਂ ਦੀ ਬਾਲਮਿਕ ਭਾਈਚਾਰੇ ਦੀ ਕੁੜੀ ਲੰਗਰ ਛਕਰੀ ਸਕੂਲ ਚੋਂ ਆਈ ਸੀ, ਉਹ ਬਿਲਕੁਲ ਬਿਲਕੁਲ ਲੰਗਰ ਛਕਣ ਸੀ ਬੱਚਿਆਂ ਦੇ ਨਾਲ, ਤੇ ਉਸ ਵੇਲੇ ਉਹਨੂੰ ਬਾਅਦ ਤੋਂ ਫੜ ਕੇ ਬਾਹਰ ਮਾਰਿਆ ਸੀ ਤੇ ਸੰਘਰਸ਼ ਚੱਲਿਆ ਸੀਗਾ। ਪਹਿਲੀ ਵਾਰੀ ਸੀਗਾ ਕਿ ਦਲਿਤਾਂ ਨੇ ਇਕੱਠੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਖਿਲਾਫ ਧਰਨਾ ਲਾਇਆ ਸੀਗਾ। ਤੇ ਉੱਥੇ ਜਥੇਦਾਰ ਖੜੇ ਸੀਗੇ। ਉਹ ਜਥੇਦਾਰ ਕਿਹੜੇ ਹੈਗੇ ਨੇ? ਉਹ ਜਿਹੜੇ ਕਿ ਛੇਕੇ ਹੋਏ ਨੇ ਧਰਮ ਤੋਂ ਅੱਜ ਕੱਲ। ਉਹ ਵੀ ਉੱਥੇ ਲੰਗਾਹ ਸਾਹਿਬ ਵੀ ਨਾਲ ਖੜੇ ਸੀਗੇ। ਮੀਟਿੰਗ ਚੱਲ ਰਹੀ ਆ ਕਿ ਰਣਜੀਤ ਸਿੰਘ ਗਹਿਰੀ ਨਾਲ ਬੀਬੀ ਜਗੀਰ ਕੌਰ ਦੀ। ਉਹ ਕਹਿੰਦੇ ਵੀ ਤੁਸੀਂ ਚੱਕੋ ਧਰਨਾ। ਉਹ ਕਹਿੰਦੇ ਵੀ ਧਰਨਾ ਚੁੱਕਦੀ ਸੀ ਵੀ ਸਾਡਾ ਜੇਕਰ ਕੋਈ ਗਰੀਬ ਗੁਰਦੁਆਰਾ ਦੇ ਵਿੱਚ ਬੈਠਾ ਤੇ ਮਾੜੀ ਜਿਹੀ ਕੋਈ ਗੱਲ ਹੁੰਦੀ ਆ, ਤੁਸੀਂ ਉੱਥੋਂ ਗੁਰੂ ਗ੍ਰੰਥ ਸਾਹਿਬ ਚੱਕ ਲੈਂਦੇ ਹੋ। ਤੁਹਾਡੀ ਜਿਹੜੀ ਸਰਕਾਰ ਕਮੇਟੀ ਆ, ਤੁਹਾਡਾ ਆਨੰਦਗੜ੍ਹ ਦੀ ਕਮੇਟੀ ਆ, ਚੱਕ ਲੈਣ ਤੁਸੀਂ। ਦੂਜੇ ਪਾਸੇ ਸਰੇਆਮ ਰੋਮੀ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਅਵੱਗਿਆ ਹੋ ਰਹੀ ਆ। ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਦੀ ਅਵੱਗਿਆ ਹੋ ਰਹੀ ਆ। ਤੇ ਤੁਸੀਂ ਕਿੱਥੇ? ਬਲਕਿ ਉਹ ਕਹਿੰਦੀ ਉਹ ਤੁਸੀਂ ਛੱਡੋ ਜੀ, ਲਗਾ ਕਹਿੰਦਾ ਕੋਈ ਤੁਸੀਂ ਚੱਕ ਲਓ ਉੱਥੇ ਧਰਨਾ, ਨਹੀਂ ਤਾਂ ਤੁਹਾਡੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਮਤਲਬ ਕਿ ਉਹ ਗੱਲ ਨੂੰ ਸਹੀ ਕਰਨ ਦੀ ਬਜਾਏ ਅਸੀਂ ਉਲਟਾ ਉਹਨਾਂ ਨੂੰ ਦਬਾ ਰਹੇ ਹਾਂ, ਦਲਿਤਾਂ ਨੂੰ ਦਬਾ ਰਹੇ ਹਾਂ ਉਲਟਾ। ਸੋ ਜੇ ਅਸੀਂ ਗੱਲ ਸਹੀ ਕਰਨ ਵਾਸਤੇ ਇਹ ਸਾਡੇ ਮਤਲਬ ਚਲੋ ਕਈਆਂ ਥਾਵਾਂ ਤੇ ਹੁਣ ਹਿਸਟਰੀ ਤੁਸੀਂ ਕਈਆਂ ਨੇ ਰੰਗਰੇਟਾ ਗੁਰੂ ਕਾ ਬੇਟਾ ਜਾਂ ਰੰਗਰੇਟਾ ਗੁਰੂ ਕਾ ਬੇਟਾ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਭਾਈ ਜੈਤਾ ਜੀ, ਤੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਤੁਹਾਨੂੰ ਗੱਲ ਨਾਲ ਲਾ ਲਿਆ ਸੀ। ਇਹ ਵੀ ਫਿਰ ਗੱਲ ਕਹਿ ਦਿਓ ਕਿ ਨਹੀਂ ਗੱਲ ਨਾਲ ਲਾਇਆ ਸੀ, ਤੇ ਉਹ ਤਾਂ ਭਰੇਟੇ ਨਹੀਂ ਗਏ। ਤੇ ਤੁਹਾਡੇ ਉਸੇ ਦੇ ਚਲਾਏ ਹੋਏ ਲੰਗਰ ਦੇ ਵਿੱਚ ਆ ਕੇ ਕੋਈ ਉਸ ਬਰਾਦਰੀ ਚ ਬਹਿੰਦਾ ਤੇ ਤੁਸੀਂ ਬਾਹੋਂ ਫੜ ਕੇ ਠਾ ਦਿੰਦੇ ਹੋ। ਲਾਹਨਤ ਹੈ ਤੁਹਾਡੀ ਸੋਚ ਦੇ। ਜੇ ਹੈ ਜ਼ਾਲੀਅਤ ਗੱਲ ਨਾ, ਜ਼ਾਲੀਅਤ ਹੈ ਨਾ ਜਿੱਥੇ ਇਹਨੂੰ ਆਪਾਂ ਜ਼ਾਲੀਅਤ ਕਹਾਂਗੇ। ਤੇ ਫਿਰ ਜੇ ਉਹ ਕਿਸੇ ਦੂਜੇ ਮਜ਼ਹਬ ਨੂੰ ਅਪਣਾਉਂਦਾ ਫਿਰ ਸਾਨੂੰ ਮਿਰਚਾਂ ਲੱਗਦੀਆਂ ਕਾਹਦੇ ਲਈ? ਅਸੀਂ ਆਪ ਕੀ ਕਰਦੇ ਪਏ ਹਾਂ? ਚਾਵਲਾ ਸਾਹਿਬ ਇੱਕ ਬੰਦਾ ਹੈਗਾ, ਇੱਕ ਵਿਸ਼ੇਸ਼ ਕਾਸਟ ਦਾ ਬੰਦਾ ਹੈਗਾ, ਉਹ ਬਿਜ਼ਨਸ ਕਰਦਾ ਡੰਗਰ, ਮਰੇ ਹੋਏ ਡੰਗਰਾਂ ਨੂੰ ਛੇਲਣ ਦਾ। ਉਹ ਬਿਜ਼ਨਸ ਕਰ ਰਿਹਾ, ਉਹ ਜਾਂਦਾ ਪਿੰਡ ਦੇ ਵਿੱਚ ਕਿਸੇ ਦੇ ਡੰਗਰ ਪਸ਼ੂ ਮਰ ਜਾਂਦਾ ਹੈ ਤੇ ਉਹਨੂੰ ਹੁਕਮ ਆਉਂਦਾ ਉੱਪਰੋਂ ਵੀ ਉਹਦੇ ਵੱਲੋਂ ਕਿ ਸਾਡਾ ਭਾਈ ਡੰਗਰ ਮਰ ਗਿਆ, ਚੁੱਕ ਲੈ ਜਾਓ। ਉਹਦਾ ਡੰਗਰ ਮਰਿਆ ਚੱਕ ਲੈ ਜਾਂਦਾ, ਚੱਕ ਲੈ ਜਾ ਕੇ ਚਮੜਾ ਛਿੱਲਦਾ, ਹੱਡ ਵੇਚਦਾ ਹੱਡਾ ਰੂੜੀ ਵਾਲਿਆਂ ਨੂੰ, ਤੇ ਚਮੜਾ ਵੇਚ ਦਿੰਦਾ। ਆਪਣੀ ਇੱਥੇ ਚਮੜਾ ਵਿਕਦਾ ਤੇ ਉਹ ਹੱਥ ਪੈਰ ਧੋ ਕੇ ਵਿਚਾਰਾ ਆਪਣੇ ਬਾਜ਼ਾਰ ਜਾਂਦਾ ਹੈ ਤੇ ਆਟਾ ਦਾਲ ਲੈਂਦਾ ਹੈ, ਜੋ ਵੀ ਹੈਗਾ ਉਹ ਚਮੜੇ ਦੇ ਖਰੀਦੇ ਪੈਸੇ ਬੱਟਿਆਂ ਚੋਂ ਆਟਾ ਦਾਲ ਲੈ ਕੇ ਆਪਣੇ ਘਰ ਆ ਜਾਂਦਾ। ਘਰ ਆ ਕੇ ਰੋਟੀ ਦਿੰਦਾ ਬੱਚਿਆਂ ਨੂੰ, ਤੇ ਉਸ ਤੋਂ ਨਫ਼ਰਤ ਕਰਦੇ ਨੇ ਸਮਾਜ ਦੇ ਲੋਕ ਵੀ ਇਹ ਬੰਦਾ ਗੰਦਾ ਜੀ, ਇਹ ਤਾਂ ਚਮ ਦਾ ਕੰਮ ਕਰਦਾ ਜੀ। ਦੂਜੇ ਪਾਸੇ ਬੱਕਰਿਆਂ ਨੂੰ ਕੱਟ ਕੇ ਤੇ ਉਸ ਦਾ ਮਾਸ, ਬੱਕਰਾ ਤਾਂ ਪਸ਼ੂ ਹੀ ਆ, ਉਸ ਦੇ ਮਾਸ ਨੂੰ ਅੱਛੇ ਨਾਲ ਕੱਟ ਵੱਢ ਕਰਕੇ ਉਹੀ ਲੋਕ ਜਿਹੜੇ ਨਫ਼ਰਤ ਕਰਦੇ ਆ, ਕੁੱਕਰ ਚ ਪਕਾ ਕੇ ਆਪਣੇ ਪੇਟ ਨੂੰ ਉਹਦੀ ਕਬਰ ਬਣਾਉਂਦੇ ਆ। ਤੇ ਜੇਕਰ ਉਸ ਨੂੰ ਨਫ਼ਰਤ ਕਰਦੇ ਆ ਇਹ ਸਮਾਜ ਦੇ ਲੋਕ, ਜਿਹੜਾ ਕਿ ਪਸ਼ੂ ਨੂੰ ਸਿੱਲ ਕੇ ਆਪਣੀ ਰੋਟੀ ਚਲਾ ਰਿਹਾ, ਤਾਂ ਜਿਹੜੇ ਖਾ ਰਹੇ ਆ ਉਹਨਾਂ ਨੂੰ ਕੀ ਕਿਹਾ ਜਾਵੇ? ਫਿਰ ਮਤਲਬ ਕਿ ਉਹ ਇਹ ਸੋਚਦੇ ਨੇ ਬੰਦਾ ਵੀ ਲੌਜਿਕ ਕੀ ਆ। ਅਸੀਂ ਕਿੱਥੇ ਜਾ ਰਹੇ ਹਾਂ? ਕਾਲਰ ਨੇ ਕਾਫੀ ਚਿਰ ਦੇ ਇੱਕ ਦੋ ਕਾਲ ਲੈ ਕੇ ਵਾਈਂਡ ਅਪ ਕਰਦੇ। ਵੈਲਕਮ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ।
ਹਾਂਜੀ ਮੈਂ ਕਿਹਾ ਜੀ ਗੱਲ ਇਹ ਆ ਕਿ ਦੇਖੋ ਗੱਲ ਸਾਨੂੰ ਸਿਰਫ ਧੱਕੇ ਤੇ ਮਤਲਬ ਕੇਂਦਰ ਬਿੰਦੂ ਹੋਣਾ ਚਾਹੀਦਾ ਵੀ ਜੇ ਤਾਂ ਕੋਈ ਧੱਕੇ ਨਾਲ ਗੱਲ ਹੋ ਰਹੀ ਹੈ ਫਿਰ ਤਾਂ ਇਹਨਾਂ ਨੂੰ ਮਤਲਬ ਕਿ ਗਿਆਨੀ ਹਰਪ੍ਰੀਤ ਉਹਨਾਂ ਨੂੰ ਕੋਈ ਨਾ ਕੋਈ ਉਹਦਾ ਐਕਸ਼ਨ ਰਿਐਕਸ਼ਨ ਇਹਨਾਂ ਦਾ ਹੋਣਾ ਚਾਹੀਦਾ। ਜਿਸ ਤਰਜ਼ ਦੇ ਉੱਤੇ ਹਰਭਜਨ ਸਿੰਘ ਜੋਗੀ ਨੇ ਇੱਥੇ ਖਾਲਸੇ ਸਜਾਏ ਨੇ ਉਸੇ ਤਰਜ਼ ਦੇ ਉੱਤੇ ਉਹ ਕਰ ਰਹੇ ਨੇ, ਉਹ ਕੋਈ ਉਹਦੇ ਨਾਲ ਵਧੀਕੀ ਨਹੀਂ ਜ਼ਿਆਦਾ ਨਹੀਂ ਕਰ ਰਹੇ, ਠੀਕ ਹੈ ਨਾ। ਇਹਨਾਂ ਨੇ ਤਾਂ ਚਲੋ ਇੱਧਰ ਉੱਧਰ ਤੇ ਵਿਚਾਰੇ ਭਾਂਡੇ ਟੀਂਡੇ ਕੁਛ ਨਾ ਕੁਛ ਉਹਨਾਂ ਨੂੰ ਦਿੰਦੇ ਨੇ, ਉਹਨਾਂ ਦਾ ਮੂੰਹ ਪੂੰਝਦੇ ਆ। ਜੇ ਉਹਨਾਂ ਕੋਲ ਕੋਈ ਪੈਸਾ ਧੇਲਾ ਨਹੀਂ ਹੁੰਦਾ ਉਹਨਾਂ ਨੂੰ ਕੱਪੜੇ ਲੀੜੇ ਵੀ ਦਿੰਦੇ ਆ। ਸਾਡੇ ਪਿੰਡਾਂ 'ਚ ਵੀ ਉੱਥੇ ਹੈਗੇ ਆ ਮਿਸ਼ਨਰੀ ਵਾਲੇ, ਮੈਨੂੰ ਪਤਾ ਇਹਨਾਂ ਦਾ, ਤੇ ਉਹ ਕਈਆਂ ਲੋਕਾਂ ਨੂੰ ਆਪਣੇ ਪ੍ਰਭਾਵ ਥੱਲੇ ਲੈਂਦੇ ਆ, ਪਰ ਉਹ ਕਿਸੇ ਨੂੰ ਧੱਕੇ ਨਾਲ ਤੇ ਕਹਿੰਦੇ ਹੀ ਨਹੀਂ ਹੈਗੇ। ਬਾਦੂ ਜੀ ਵੀਰ ਜੀ ਧੱਕੇ ਨਾਲ ਵੀ ਨਹੀਂ ਕਹਿੰਦੇ। ਤੁਸੀਂ ਮੈਂ ਗੱਲ ਕੀਤੀ ਸੀਗੀ ਇਹ ਪਿਛਲੀ ਵਾਰੀ ਕਿ ਜੇ ਗੋਰਾ ਤੇ ਕੋਈ ਕਾਲਾ ਖੰਡੇ ਬਾਟੇ ਦੀ ਪੌਲ ਸਕਦਾ ਫੇਰ ਤੇ ਬੜੀਆਂ ਹੁੱਬ ਕੇ ਅਸੀਂ ਵੀਡੀਓ ਪਾਉਂਦੇ ਆ, ਫੋਟੋਆਂ ਪਾਉਂਦੇ ਆ, ਉਹ ਸੇਮ ਆ ਜੋ ਇਹ ਕਰਦੇ ਨੇ ਉਹੀ ਉਧਰ ਹੋ ਰਿਹਾ। ਹਾਂ, ਤੇ ਉਹਨਾਂ ਨੂੰ ਤਾਂ ਅਸੀਂ ਬਰਾਬਰ ਦੇ ਨਾਲ ਬਿਠਾ ਲੈਣਾ ਆਪਣੇ। ਬਟ ਜਿਨ੍ਹਾਂ ਨੂੰ ਤੁਸੀਂ ਗੱਲ ਕੀਤੀ ਹੈ ਜੇ ਉਹ ਉਧਰ ਜਾਂਦੇ ਨੇ ਉਹ ਬਰਾਬਰ ਦਾ ਹੱਕ ਦਿੰਦੇ ਤੇ ਬਰਾਬਰ ਦੀ ਕੁਰਸੀ ਤੇ ਬਿਠਾਉਂਦੇ ਨੇ। ਬਿਲਕੁਲ ਕੋਈ ਸ਼ੱਕ ਨਹੀਂਗਾ। ਹਾਂਜੀ, ਅਸੀਂ ਸਿਰਫ ਕਹਿਣ ਨੂੰ ਹੀ ਆ ਕਿ ਗੁਰੂ ਨਾਨਕ ਮਹਾਰਾਜ ਨੇ ਕਹਿ ਦਿੱਤਾ ਮਾਨਸ ਕੀ ਜਾ ਸਭੇ ਕੇ ਪਹਿਚਾਨਬੋ, ਫਲਸਫਾ ਤੇ ਉਹ ਅਪਣਾਈ ਬੈਠੇ ਆ। ਬਿਲਕੁਲ ਅਸੀਂ ਤਾਂ ਸਿਰਫ ਗੋਲਕਾਂ ਦੇ ਨਾਲ ਮਤਲਬ ਬਸ ਜਾਂ ਮੁੱਛਾਂ ਨੂੰ ਵੱਟ ਦੇਣ ਜੋਗੇ ਹੀ ਰਹਿ ਗਏ ਆ। ਹੁਣ ਜਿਹੜਾ ਇੱਕ ਡੇਰੇ ਦਾ ਜ਼ਿਕਰ ਕੀਤਾ ਸਾਹਿਬ ਨੇ, ਉੱਥੇ ਉਹਨਾਂ ਨੇ ਗੱਲ ਬੜੀ ਹਾਸੋਹੀਣੀ ਹੈ, ਮਤਲਬ ਉਹਦੇ ਵਿੱਚ ਇੰਨਾ ਕੁ ਜ਼ਿਆਦਾ ਬ੍ਰਾਹਮਣਵਾਦ ਆਉਂਦਾ। ਕਹਿੰਦੇ ਵੀ ਉਹਨਾਂ ਬਾਬਾ ਜੀ ਨੇ ਉਹਨਾਂ ਦਾ ਨਾਂ ਚਲੋ ਨਹੀਂ ਲੈ ਸਕਦੇ, ਅਸੀਂ ਨਹੀਂ ਲਵਾਂਗੇ, ਕਾਹਨੂੰ ਕਰਨਾ। ਉਹ ਉਹਨਾਂ ਨੇ ਕਹਿੰਦੇ ਵੀ ਯੱਗ ਕੀਤਾ ਸੀਗਾ, ਉਹਦੇ ਵਿੱਚ ਸਾਰੇ ਦੇਵਤੇ ਬੁਲਾਏ ਸੀ ਉਹਨਾਂ ਨੇ, ਪਾਣੀ ਦੇਵਤਾ, ਅਗਨ ਦੇਵਤਾ ਸਾਰੇ ਬੁਲਾਏ। ਅਗਨ ਦੇਵਤਾ ਪਹੁੰਚਿਆ ਨਹੀਂ। ਉਹਨਾਂ ਨੇ ਕਿਹਾ ਜੀ ਉਦੋਂ, ਕਹਿੰਦੇ ਵੀ ਅੱਜ ਤੋਂ ਬਾਅਦ ਤੇਰੀ ਮੈਂ ਅੱਗ ਕਿਤੇ ਬਲਣ ਨਹੀਂ ਦੇਣੀ, ਇੱਥੇ ਮੈਂ ਅੱਗ ਹੀ ਨਹੀਂ ਬਾਲਣੀ। ਉਹ ਕਹਿੰਦੇ ਜਦੋਂ ਬਾਹਰ ਸਵੇਰੇ ਤੜਕੇ ਜੰਗਲ ਪਾਣੀ ਗਏ ਤੇ ਉੱਥੇ ਜਾਂਦਿਆਂ ਨੂੰ ਅੱਗੇ ਦਲਤ ਜਿਹੜੇ ਸੀ ਉਹ ਨਾ ਧੂਣੀ ਸੇਕ ਰਹੇ ਸੀ, ਅੱਗ ਲਾ ਕੇ ਤੇ ਕੱਖ ਇਕੱਠੇ ਕਰਕੇ ਤੇ ਉਹ ਆਪਣੇ ਹੱਥ ਸੇਕ ਰਹੇ ਸੀ। ਉਹ ਮਾਘ ਦੇ ਦਿਨ ਸੀਗੇ। ਉਹਨਾਂ ਨੂੰ ਗੁੱਸਾ ਚੜਿਆ ਤੇ ਉਹਨਾਂ ਨੇ ਫਿਰ ਉਦੋਂ ਬਚਨ ਕੀਤਾ, ਕਹਿੰਦੇ ਵੀ ਅੱਜ ਤੋਂ ਬਾਅਦ ਤੁਸੀਂ ਇਹ ਅਗਨ ਦੇਵਤੇ ਨੂੰ ਪ੍ਰਗਟ ਕੀਤਾ ਮੇਰੇ ਸਾਹਮਣੇ ਤੇ ਤੁਹਾਨੂੰ ਆਹ ਰੀਜ਼ਨ ਆ ਉਹਨਾਂ ਦਾ ਜਿਹੜਾ ਗੁਰਦੁਆਰੇ 'ਚ ਨਾਮ ਵੜਨ ਦੇਣ ਦਾ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਆਹ ਰੀਜ਼ਨ ਆ। ਬੱਲੇ ਓ ਸ਼ੇਰੋ, ਬੱਲੇ ਸ਼ੇਰੋ, ਨੇਰੀ ਲਿਆਤੀ ਕੇ ਇਹ ਸਾਰੇ ਗਲਤ ਉਸ ਗੁਰਦੁਆਰੇ ਚੋਂ ਬੈਨ ਨੇ। ਉੱਥੇ ਤੁਹਾਨੂੰ ਮੈਂ ਦੱਸਦਾ ਜੀ, ਜਿੰਦੇ ਰਹੋ, ਜਿੰਦੇ ਰਹੋ, ਜਿੰਦੇ ਰਹੋ। ਤੇ ਜੇ ਉਹ ਧੂਣੀ ਸੇਕਦਿਆਂ ਨੂੰ ਵੇਖ ਕੇ ਤੇ ਤੇਰੀ ਪਾਵਰ ਕਿੱਥੇ ਗਈ, ਤੇਰੀ ਸ਼ਕਤੀ ਕਿੱਥੇ ਗਈ? ਨਹੀਂ ਜੇ ਉਸ ਤੋਂ ਬਾਅਦ ਜੇ ਬੰਦਾ ਪੁੱਛੇ ਵੀ ਜੇ ਅਗਨ ਦੇਵਤਾ ਕਿਵੇਂ, ਜਿਹੜਾ ਤੁਹਾਡੇ ਹੁਣ ਲੰਗਰ ਗੁਰਦੁਆਰਾ ਸਾਹਿਬ 'ਚ ਲੰਗਰ ਪਾਕਿਆ ਦੇਗ ਬਣਦੀ ਸਾਰਾ ਕੁਝ, ਉਹ ਕਿੱਥੋਂ ਬਣਦੀ ਆਪ ਤੋਂ ਬਗੈਰ? ਧੌੜੀ ਦਾ ਜਿਹੜਾ ਪ੍ਰਸ਼ਾਦ ਖਾਣੇ ਨੂੰ ਦਿੰਦੇ ਮੁੜ ਕੇ ਬੱਚਾ ਨੂੰ ਵੱਟ, ਤੇ ਉਹ ਕਿੱਥੋਂ ਬਣਦਾ? ਥੈਂਕ ਯੂ ਜੀ, ਮਿਹਰਬਾਨੀ ਵੀਰੇ, ਥੈਂਕ ਯੂ ਜੀ, ਸੋ ਨਾਈਸ ਆਫ ਜੀ। ਅਗਲੀ ਕਾਲ ਲੈ ਲੈਣੇ ਆ। ਹੈਲੋ ਜੀ, ਮੈਂ ਆਪਣਾ ਚਵਲਾ ਸਾਹਿਬ ਗੱਲ ਕਰ ਰਿਹਾ, ਨਵੀਂ ਪਾਤਸ਼ਾਹੀ ਦੀ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਅੱਜ ਤੋਂ ਕੋਈ ਪੁਰਾਣੀ ਗੱਲ ਕਰਦਾ, ਕੋਈ ਜਿਹੜੀ ਸਿੱਖ ਇਤਿਹਾਸ ਦੀਆਂ ਪੁਸਤਕਾਂ ਨਾ ਜੀ 3-4 ਚ ਪੜਿਆ ਸੀ। ਉਹਨਾਂ ਨੇ ਦਿੱਤੀ ਸੀ ਆਪਣੀ ਕੁਰਬਾਨੀ। ਜੰਗ ਜਿਹੜੇ ਹੁੰਦੇ ਸੀ ਨਾ ਪਹਾੜੀ ਰਾਜੇ, ਉਦੋਂ ਨਵੇਂ ਗੁਰੂ ਜੀ ਬਹੁਤ ਐਸਟੈਬਲਿਸ਼ ਹੋ ਚੁੱਕੀ ਸੀ ਨਾ ਗੁਰੂ ਗੁਰਤਾ ਉਸ ਵੇਲੇ ਤੱਕ। ਤੇ ਉਹਨਾਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਜੇ ਤੁਹਾਡੀ ਮਨੌਤ ਬਹੁਤ ਆ ਤੇ ਤੁਸੀਂ ਜੇ ਉੱਥੇ ਜਾ ਕੇ ਇਸ ਚੀਜ਼ ਤੋਂ ਬਚਾ ਸਕਦੇ ਜੇ ਸਾਰੇ ਹਿੰਦੁਸਤਾਨ ਨੂੰ, ਤੇ ਤੁਸੀਂ ਜਾਓ ਉੱਥੇ ਕੁਰਬਾਨੀ ਦੇਣ। ਤੁਸੀਂ ਜਾ ਕੇ ਉਹਨਾਂ ਨੂੰ ਕਹੋ ਵੀ ਜੇ ਮੈਨੂੰ ਤੁਸੀਂ ਬਣਾ ਲਓ ਤੇ ਬਾਕੀ ਸਾਰੇ ਹਿੰਦੂ ਜਿਹੜੇ ਮੁਸਲਮਾਨ ਬਣ ਜਾਣਗੇ। ਇਹ ਕਿਹੜੇ ਲਿਖੇ? ਇਤਿਹਾਸਕ ਪੁਸਤਕਾਂ ਦੇ ਵਿੱਚ ਹੈ, ਕਿਤੇ ਤੁਸੀਂ ਪੁੱਛ ਕੇ ਵੀ ਕਹੇ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਆਪੇ ਹੀ ਚੱਲ ਪਏ ਅੰਗਰੇਜ਼ ਉਹਦਾ ਔਰੰਗਜ਼ੇਬ ਵਾਲੇ ਪਾਸੇ ਨੂੰ। ਤਾਂ ਮਤਲਬ ਕਸ਼ਮੀਰ ਦੀ ਤੁਸੀਂ ਜਿਹੜੀ ਇੱਕ ਭਾਈ ਪੰਡਿਤ ਹਰਦਿਆਲ ਵਾਲੀ ਕਹਾਣੀ ਖਤਮ ਹੋ ਗਈ। ਫੇ 22 ਧਾਰ ਦੇ ਰਾਜੇ ਤੇ ਆ ਪਏ ਨਾ ਕੁਝ ਜਿਹੜੇ ਉਸ ਵੇਲੇ ਪਹਾੜੀ ਰਾਜੇ ਸੀ, ਉਸ ਵੇਲੇ ਦੀ ਗੱਲ, ਉਸ ਵਕਤ ਦੇ ਪਹਾੜੀ ਰਾਜੇ। ਪਰ ਕਸ਼ਮੀਰ ਤੋਂ ਆਏ ਪੰਡਤਾਂ ਦੇ ਜਿਹੜੀ ਆ ਉਸ ਵਕਤ ਗੁਰੂ ਘਰ ਦੇ ਚ ਫਿਰ ਗੰਗੂ ਨੂੰ ਵੀ ਬਰੀ ਕਰ ਦਿੱਤਾ। ਫਿਰ ਸਰੇਆਮ ਗੰਗੂ ਤੇ ਹੈ ਹੀ ਨਾ ਫਿਰ ਇਤਿਹਾਸ ਚ। ਫਿਰ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ, ਫਿਰ ਉਹ ਤਾਂ ਫਿਰ ਮਤਲਬ ਖਤਮ ਹੋ ਗਿਆ ਉੱਥੇ। ਤਾਂ ਫਿਰ ਗੁਰੂ ਮਤਲਬ ਸਾਰਾ ਕਹਾਣਾ ਸਟੋਰੀ ਕਿੱਧਰ ਨੂੰ ਚਲੂਗੀ? ਫਿਰ ਜੇ 22 ਧਾਰ ਦੇ ਤੇ ਰਾਜੇ ਉਸ ਵਕਤ ਤੇ ਰਹਿ ਗਏ ਆਹ ਇੰਨੇ ਕਿ ਇੱਥੇ, ਤੇ ਕਸ਼ਮੀਰ ਤੋਂ ਆਏ ਹੋਏ ਪੰਡਤ ਉਹਨਾਂ ਨਾਲ ਫਿਰ ਗੰਗੂ ਕਿੱਥੇ ਗਿਆ? ਮੈਂ ਤੁਹਾਡੀ ਗੱਲ ਨੂੰ ਨਹੀਂ ਸਮਝ ਸਕਦਾ। ਮੈਂ ਸਮਝ ਕੇ ਤੁਹਾਡੀ ਗੱਲ ਨੂੰ, ਇਹ ਝੂਠ ਨੂੰ ਫੈਲਾ ਵੀ ਨਹੀਂ ਸਕਦਾ, ਨਾ ਮੈਂ ਫੈਲਾਉਣ ਦਊਂਗਾ, ਕਿਉਂਕਿ ਇਹ ਸ਼ਰੇਆਮ ਝੂਠ ਆ। ਕੀਦਾ ਸਾਹਿਬ ਵੀ ਗੁਰੂ ਤੇਗ ਬਹਾਦਰ ਸਾਹਿਬ ਆਪੇ ਹੀ ਚਲੇ ਗਏ ਵੀ ਮੈਂ ਬਈ ਮੈਨੂੰ ਬਣਾ ਕੇ ਦਿਖਾ ਪਹਿਲਾਂ, ਮੈਂ ਤਿਆਰ ਵਾਂ। ਤੇ ਬਾਕੀ ਦਾ ਮਤਲਬ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਤੇ ਗੰਗੂ ਦਾ ਰਸੋਈਆ ਬਣ ਕੇ ਆਉਣਾ
ਤੇ ਇਹਦਾ ਫਿਰ ਮਤਲਬ ਰਹਿ ਗਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਸਾਜਣਾ ਤੇ ਪੰਡਤ ਹਰਦਿਆਲ ਦਾ ਅੰਮ੍ਰਿਤ ਛਕ ਕੇ ਸਿਪਾਹੀ ਬਣਨਾ ਗੁਰੂ ਦੀ ਖਾਲਸੇ ਦੀ ਫੌਜ ਦੇ ਵਿੱਚ, ਉਹ ਤਾਂ ਫਿਰ ਜ਼ੀਰੋ ਹੋ ਗਿਆ, ਜੇ ਤੁਹਾਡੀ ਗੱਲ ਸੱਚੀ ਹੈ। ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਸ ਗੱਲ ਦਾ ਜਿਹੜੀ ਮੈਂ ਗੱਲ ਕਰਦਾ ਇਹਦੇ ਨਾਲ ਕੀ ਸਟੈਬਲਿਸ਼ ਹੋ ਬਿਲਕੁਲ ਸਟੈਪ ਜੋ ਤੁਸੀਂ ਵੱਖੋ ਵੱਖਰੇ ਸੰਦਰਭ ਨੇ ਇਤਿਹਾਸ ਦੇ ਬਹੁਤ ਕੁਝ ਵਿੱਚ ਸ਼ਾਮਲ ਵੀ ਕੀਤਾ ਗਿਆ। ਇਹ ਤੋਂ ਬਿਲਕੁਲ ਇਹੀ ਤਾਂ ਗੱਲ ਆ। ਹਾਂਜੀ, ਉਹ ਇਤਿਹਾਸ ਨੂੰ ਮਰੋੜ ਕੇ ਪੇਸ਼ ਕਰਨਾ, ਤੇ ਫਿਰ ਇਹਦਾ ਮਤਲਬ ਗੰਗੂ ਸ਼ਰੇਆਮ ਬਰੀ ਹੋ ਗਿਆ, ਹੈ ਹੀ ਨਹੀਂ ਸੀ ਉਹ ਤੇ ਇਤਿਹਾਸ ਦੇ ਪਾਤਰ ਹੀ ਨਹੀਂ ਸੀ ਫਿਰ। ਕਿਉਂ ਜੀ ਕੀਤਾ ਸਾਹਿਬ? ਗੰਗੂ ਨੂੰ ਬਰੀ ਕਰਨ ਵਾਸਤੇ ਬੜਾ ਜ਼ੋਰ ਲੱਗਿਆ ਪਿਆ ਜੀ, ਬੜਾ ਜ਼ੋਰ ਲੱਗਿਆ ਪਿਆ ਉਹਨੂੰ ਬਰੀ ਕਰਨ ਵਾਸਤੇ। ਬਸ ਵੀ ਉਹਨੂੰ ਖਤਮ ਕਰ ਦਿਓ। ਇਹ ਤਾਂ ਜਿਹੜੀਆਂ ਵੱਡੀਆਂ ਕੀ ਪੋਸਟਾਂ ਦੇ ਬੰਦੇ ਬੈਠੇ ਇਸ ਗੱਲ ਤੋਂ ਜ਼ੋਰ ਲਾ ਰਹੇ ਆ ਵੀ ਗੰਗੂ ਬਰੀ ਕੀਤਾ ਜਾਵੇ ਕਿਸ ਤਰੀਕੇ ਨਾਲ। ਚਲੋ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ। ਆਖਰੀ ਕੁਐਸਚਨ ਹੈ ਫਰੂਕ ਅਬਦੁੱਲਾ ਦਾ, ਕਸ਼ਮੀਰ ਵਿੱਚ ਤਾਨਾਸ਼ਾਹੀ, ਮੀਡੀਆ ਗੁਲਾਮ, ਲੋਕ ਪਰੇਸ਼ਾਨ, ਕੀ ਕਹਿਣਾ ਚਾਹੋਗੇ? ਹਾਂ, ਚਾਵਲਾ ਸਾਹਿਬ ਅਸਲ 'ਚ ਉਹਨਾਂ ਨੇ ਕਾਫੀ ਉੱਥੇ ਗੱਲ ਕੀਤੀ ਆ ਮੀਡੀਆ ਦੇ ਕੋਲੇ ਕਿ ਜੰਮੂ ਕਸ਼ਮੀਰ ਦੇ ਵਿੱਚ ਤਾਨਾਸ਼ਾਹੀ ਦਾ ਰਾਜ ਹੈਗਾ ਤੇ ਇੱਥੇ ਲੋਕ ਬੜੇ ਪਰੇਸ਼ਾਨ ਹੈਗੇ ਆ, ਬੜੇ ਬੁਰੀ ਤਰ੍ਹਾਂ ਪਰੇਸ਼ਾਨ ਲੋਕ। ਮੀਡੀਆ ਗੱਲ ਨਹੀਂ ਕਰ ਰਿਹਾ, ਜੇ ਕੋਈ ਮੀਡੀਆ ਹਾਊਸ ਗੱਲ ਕਰਦਾ ਚੱਕ ਕੇ ਅੰਦਰ ਕਰ ਦਿੰਦੀ ਆ ਪੁਲਿਸ ਉਹਨਾਂ ਨੂੰ, ਫੌਜ ਉਹਨਾਂ ਨੂੰ। ਉਹ ਕਹਿੰਦਾ ਮੀਡੀਆ ਜ਼ੋਰ ਲਾ ਰਿਹਾ, ਕਹਿੰਦਾ ਗੋਦੀ ਮੀਡੀਆ ਜਿਹੜਾ ਕਹਿੰਦਾ ਕਿ ਜੰਮੂ ਕਸ਼ਮੀਰ 'ਚ ਸ਼ਾਂਤੀ ਹੈਗੀ ਆ। ਕਹਿੰਦੇ ਆ ਕੇ ਦੇਖੋ ਅਸੀਂ ਤੇ ਸ਼ਾਂਤੀ ਕਿੰਨੀ ਕੁ ਹੈਗੀ ਆ, ਕਿੰਨੇ ਲੋਕ ਮਰ ਰਹੇ ਆ ਉਰੇ, ਕਿ ਦੁਨੀਆ ਕਿੰਨੀ ਮਰ ਰਹੀ ਹੈ, ਇੱਥੇ ਕਿੰਨੇ ਖਾੜਕੂਆਂ ਦੇ ਨਾਂ ਦੇ ਉੱਪਰ ਆਮ ਲੋਕਾਂ ਨੂੰ ਮਾਰਿਆ ਜਾਂਦਾ ਤੇ ਬੜਾ ਕਹਿੰਦਾ ਜ਼ਾਲਮ ਕਰ ਰਿਹਾ। ਇਹ ਧਾਰਾ ਹਟਾਉਣ ਤੋਂ ਬਾਅਦ ਤਾਂ ਇੱਥੇ ਤਾਨਾਸ਼ਾਹੀ ਚੱਲ ਰਹੀ ਆ। ਕਹਿੰਦੇ ਸੀ ਚੋਣਾਂ ਕਰਾਵਾਂਗੇ ਅਸੀਂ ਜੰਮੂ ਕਸ਼ਮੀਰ ਦੇ ਵਿੱਚ, ਕਹਿੰਦਾ ਅਜੇ ਤੱਕ ਵੀ ਚੋਣਾਂ ਕਰਾਉਣ ਦੀ ਗੱਲ ਨਹੀਂ ਕੀਤੀ ਜਾ ਰਹੀ, ਸਗੋਂ ਦਬਾਇਆ ਜਾ ਰਿਹਾ, ਮੁੱਦੇ ਨੂੰ ਦਬਾ ਰਹੇ ਨੇ ਸਗੋਂ ਉਲਟਾ। ਅਸੀਂ ਵੀ ਸੰਘਰਸ਼ ਕਰਾਂਗੇ। ਕਿਤਾਬ ਦਾ ਜ਼ਿਕਰ ਕੀਤਾ ਸਾਡੇ ਮਾਨਯੋਗ ਸਰੋਤਾ ਜੀ ਨੇ, ਦਰਸ਼ਕੋ ਸੁਣ ਰਹੇ ਹੋ, ਸਰੋਤਾ ਜਨ ਸੁਣ ਰਹੇ ਹੋ, ਤਾਂ ਸਿੱਖ ਇਤਿਹਾਸ ਹਿੰਦੀ ਦੇ ਵਿੱਚ ਬੀਬੀ ਜਗੀਰ ਕੌਰ ਹੁਣੇ ਹੀ ਉਹਦੇ ਤੋਂ ਲਾਈ ਗਈ ਹੈ। ਇਹਦੇ ਰਾਜ ਦੇ ਵਿੱਚ ਸਿੱਖ ਇਤਿਹਾਸ ਦਾ ਕਿਤਾਬ ਹਿੰਦੀ ਦੇ ਵਿੱਚ ਛਪਾਈ ਗਈ ਸੀ ਤੇ ਉਹਦੇ ਵਿੱਚ ਜੋ ਕੂੜ ਲਿਖਿਆ ਸੀ ਨਾ, ਜੋ ਕੂੜ ਲਿਖਿਆ ਤੁਸੀਂ ਸੁਣ ਨਹੀਂ ਸਕਦੇ ਤੇ ਪੜ੍ਹ ਨਹੀਂ ਸਕਦੇ। ਤੇ ਉਸ ਵਕਤ ਪਹਿਲੀ ਵਾਰ ਬੀਬੀ ਜਗੀਰ ਕੌਰ ਜਦੋਂ ਪ੍ਰਧਾਨ ਬਣੀ ਸੀਗੀ ਤੇ ਵਿਦਾਂਤੀ ਆਈ ਥਿੰਕ ਉਦੋਂ ਮੇਰੇ ਖਿਆਲ ਦੇ ਵਿੱਚ ਸੀਗੇ ਅਕਾਲ ਤਖਤ ਸਾਹਿਬ ਦੇ, ਤੇ ਮੈਂ ਉਹਨਾਂ ਨੂੰ ਇੰਟਰਵਿਊ ਕੀਤਾ ਸੀ ਬੀਬੀ ਜੀ ਨੂੰ ਕਿ ਇਹ ਜੋ ਕੁਝ ਲਿਖਿਆ ਜੀ, ਕਹਿੰਦੀ ਸਾਡੀਆਂ ਗਲਤੀਆਂ ਜੀ, ਸਾਨੂੰ ਪਤਾ ਨਹੀਂ ਲੱਗਾ, ਪ੍ਰੂਫ ਹੀ ਨਹੀਂ ਹੋਈ, ਕਿਤਾਬਾਂ ਸਾਰੀਆਂ ਮੰਗਵਾ ਲਈਆਂ ਨੇ। ਤੇ ਮੈਂ ਬੀਬੀ ਜੀ ਨੂੰ ਸਵਾਲ ਪੁੱਛਿਆ ਸੀ ਉਸ ਵਕਤ, ਬੀਬੀ ਜੀ ਵੀ ਸਾਰੀਆਂ ਕਿਤਾਬਾਂ ਮੰਗਾ ਲਈਆਂ ਨੇ ਗਿਣ ਕੇ 1 by 1? ਇੱਕ ਤੁਹਾਡਾ ਪੈਸਾ ਗੁਰੂ ਦੀ ਗੋਲਕ ਹਿੰਦੀ ਦੇ ਵਿੱਚ ਤੁਸੀਂ ਛਪਵਾਈ, ਔਰ ਜੋ ਊਲ ਜਲੂਲ ਉਹਦੇ ਵਿੱਚ ਲਿਖਿਆ, ਜੋ ਵੰਡਿਆ ਗਿਆ, ਪਹੁੰਚ ਗਿਆ ਅਗਲਿਆਂ ਨੇ, ਤੇ ਜਿਵੇਂ ਆਹ ਸਾਡੇ ਵੀਰ ਜੀ ਕਹਿ ਕੇ ਗਏ ਨੇ, ਇਵੇਂ ਇੱਕ ਹਵਾਲਾ ਦੇਣਾ। ਕਿਉਂ ਜੀ? ਵੀ ਆਹ ਚੱਕੋ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਾਲ ਦੇ ਵਿੱਚ ਛਾਪੀ ਗਈ ਕਿਤਾਬ ਹੈ। ਉਦੋਂ ਤੇ ਸਿੱਖ ਬੜੇ ਸੁਚੇਤ ਹੋ ਚੁੱਕੇ ਸੀ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਜਾ ਕੇ ਮੈਂਬਰ ਪਾਰਲੀਮੈਂਟ, MPP, ਆਪਣੇ ਮੁੱਖ ਮੰਤਰੀ ਵੀ ਬਣਾ ਦਿੱਤੇ, ਤੇ ਤੁਸੀਂ ਆਪਣੀ ਇਤਿਹਾਸ ਦੀ ਕਿਤਾਬ ਕਿਵੇਂ, ਤੁਹਾਡੇ ਪੈਸੇ, ਤੁਹਾਡੀਆਂ ਪੜ੍ਹੀਆਂ ਲਿਖੀਆਂ ਸੰਸਥਾ, ਤੁਹਾਡੇ ਵੱਲੋਂ ਹੀ ਛਪਵਾਇਆ ਗਿਆ ਤੇ ਤੁਹਾਡੇ ਵੱਲੋਂ ਹੀ ਵੰਡੀ ਗਈ। ਆਹ ਕਿਤਾਬ ਝੂਠੀ ਹੈ ਕਿ ਤੁਸੀਂ ਸੱਚੇ ਹੋ। ਉੱਥੇ ਮੇਰੇ ਵਰਗਾ ਤੇ ਮਾਰੂਗਾ ਟੱਕਰਾਂ ਕੰਧਾਂ ਦੇ ਨਾਲ ਕਿ ਹੁਣ ਮੈਂ ਕੀ ਕਰਾਂ। ਜਿਵੇਂ ਹੁਣ ਵੀਰ ਜੀ ਸ਼ਰੇਆਮ ਜੇ ਆਪਾਂ ਮੰਨ ਲਈਏ 22 ਧਾਰ ਦੇ ਰਾਜਿਆਂ ਦੇ ਕਹਿਣ ਦੇ ਉੱਤੇ ਚੱਲ ਗਏ, ਤੇ ਫਿਰ ਗੰਗੂ ਤਾਂ ਹੈ ਹੀ ਨਹੀਂ। ਜੀ ਲੈ ਵੇ ਗੰਗੂ ਪਾਪੀਆ ਲਾਹਨਤਾਂ ਸੰਭਾਲ, ਫਿਰ ਤੇ ਗੰਗੂ ਦੀ ਮਾਂ ਵੀ ਖਤਮ ਹੋ ਗਈ ਜਿਹੜੀ ਗੰਗੂ ਨੂੰ ਰੋਕਦੀ ਆ, ਵੇਖ ਵੇ ਏਦਾਂ ਨਾ ਕਰੀ। ਹਾਂਜੀ, ਫਿਰ ਤਾਂ ਠੰਡਾ ਬੁਰਜ ਵੀ ਖਤਮ ਹੋ ਗਿਆ, ਫਿਰ ਸ਼ਹਾਦਤ ਕਿਵੇਂ ਹੋਈ? ਇਹ ਬੜੀ ਵੱਡੀ ਗੱਲ ਹੋਊਗੀ। ਕਿਉਂ ਜੀ? ਜੀ ਸਰ, ਬਿਲਕੁਲ ਸਰ, ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।